ਇਹਨਾਂ ਨੇ ਇਹ ਵੀ ਕਿਹਾ ਵਾ ਕਿ ਅਸੀਂ ਬੁਢਾਪਾ ਪੈਨਸ਼ਨ ਵੀ ਜਿਹੜੀ 1500 ਉਹਨੂੰ ਸ਼ਾਇਦ 3100 ਕਰਤਾ ਇਹਨਾਂ ਨੇ ਔਰ ਸ਼ਗਨ ਸਕੀਮ ਜਿਹੜੀ 51000 ਸੀ ਉਹ 75000 ਕਰਤੀ ਆ। ਇਸ ਤਰ੍ਹਾਂ ਦੇ ਵਾਅਦੇ ਜਿਹੜੇ ਆ ਉਹ ਕੀਤੇ ਗਏ। ਹੁਣ ਇਹ ਪਤਾ ਨਹੀਂ ਕਿ ਇਹ ਵਾਅਦੇ ਜਿਹੜੇ ਆ ਇਹ ਪੂਰੇ ਕਿਵੇਂ ਕਰਨਗੇ, ਕਿਉਂਕਿ ਪੰਜਾਬ ਕੋਲ ਜਿਹੜੀ ਆਮਦਨੀ ਆ ਉਹ ਤਾਂ ਉਨੀ ਕੀ ਆ ਔਰ ਬਜਟ ਜਿਹੜੀ ਆਲਰੇਡੀ ਡੈਫਿਸਿਟ ਬਜਟ ਆਪਣੇ ਚੱਲ ਰਹੀ ਔਰ ਕਰੀਬ 3 ਲੱਖ ਕਰੋੜ ਦਾ ਕਰਜ਼ਾ ਵਾ। ਕਿਉਂ ਨਹੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਿਹਾ ਜਾਂਦਾ ਕਿ ਭਾਈ ਅਸੀਂ ਤੁਹਾਨੂੰ ਇੱਥੇ ਕਰਜ਼ਾ ਦੇਵਾਂਗੇ ਕਾਰੋਬਾਰ ਕਰਨ ਲਈ, ਇੱਥੇ ਰਹਿਣ ਲਈ, ਇੱਥੇ ਅੱਗੇ ਆਪਣਾ ਰੋਜ਼ਗਾਰ ਤੋਰਨ ਦੇ ਲਈ, ਰਾਦਰ ਕਿ ਉਹ ਕਿਹਾ ਜਾਵੇ ਕਿ ਭਾਈ ਤੁਸੀਂ ਦੇਸ਼ ਤੋਂ ਚਲੇ ਜਾਓ, ਬਾਹਰ ਜਾ ਕੇ ਪੜ੍ਹੋ ਤੇ ਫਿਰ ਉੱਥੇ ਸੈਟਲ ਹੋਵੋ ਤਾਂ ਤੁਹਾਨੂੰ ਅਸੀਂ ਉੱਥੇ ਭੇਜਣ ਲਈ ਹੈਲਪ ਕਰਦੇ ਹਾਂ। ਉਹਨਾਂ ਨੂੰ ਪਤਾ ਵਾ ਕਿ ਅਸੀਂ ਜੋ ਮਰਜ਼ੀ ਕਰ ਲਈਏ, ਜਿਹੜਾ ਸਾਡਾ ਨੌਜਵਾਨ ਤਬਕਾ ਵਾ ਉਹ ਤੇ ਹੁਣ ਇਸ ਵੇਲੇ ਬਾਹਰ ਨੂੰ ਉਹਨੇ ਵਹੀਰਾਂ ਕੱਟੀਆਂ ਵਾ, ਉਹਨੂੰ ਸ਼ਾਇਦ ਰੋਕਣਾ ਕਾਫੀ ਮੁਸ਼ਕਿਲ ਆ। ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਉੱਥੇ ਨਾ ਜਿਹੜਾ ਤਾਣਾ ਬਾਣਾ ਬੜਾ ਉਲਝਿਆ ਵਾ ਉੱਥੇ ਪੰਜਾਬ ਦੇ ਵਿੱਚ। ਸੋ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ ਔਰ ਜਦੋਂ ਸ਼ੁਰੂਆਤ ਹੁੰਦੀ ਆ ਫਿਰ ਉਹਨੂੰ ਦੇਰ ਲੱਗ ਜਾਂਦੀ ਆ ਔਰ ਅਨਫੋਰਚੂਨੇਟਲੀ ਸ਼ੁਰੂਆਤ ਹੋਈ ਵੀ ਨਹੀਂ। इश्तिहार है तब व्यापार है। अपना बिजनेस प्रमोट करने लिए संपर्क करो 647 400 68 647 400 जी मीडिया ग्रुप। जी दोस्तों, जी मीडिया ग्रुप की पेशकश हरजिंदर गिल शो इस वेले 3:29 साਡਾ थोड़ा साथ 2 ਤੋਂ 5 ਵਜੇ ਤੱਕ ਹੁੰਦਾ। ਮੰਡੇ ਟੂ ਫਰਾਈਡੇ ਅਸੀਂ 1350 ਦੇ ਉੱਤੇ ਹਾਜ਼ਰ ਹੋਈਦਾ ਤੇ ਸਾਡਾ ਖਾਸ ਸੈਗਮੈਂਟ ਸਿਆਸੀ ਰਮਜ਼ਾਂ ਪੋਲੀਟੀਕਲ ਪਲਸ ਕਮਰ ਸੰਧੂ ਸਾਹਿਬ ਦੇ ਨਾਲ ਆਪਣੇ ਉਸ ਸੈਗਮੈਂਟ ਨੂੰ ਹੁਣ ਅੱਗੇ ਤੋਰਦੇ ਹਾਂ। ਸੰਧੂ ਸਾਹਿਬ ਇੱਕ ਵਾਰੀ ਫਿਰ ਸਵਾਗਤ ਜੀ। ਮਿਹਰਬਾਨੀ ਜੀ, ਥੈਂਕ ਯੂ ਜੀ। ਸੰਧੂ ਸਾਹਿਬ ਅੱਜ ਇਸ ਤੋਂ ਪਹਿਲਾਂ ਕਿ ਆਪਾਂ ਕੋਈ ਹੋਰ ਇਵੈਂਟਸ ਦੀ ਗੱਲ ਕਰੀਏ, ਥੋੜਾ ਜਿਹਾ ਜ਼ਿਕਰ ਜੇ ਕਰਨਾ ਹੋਵੇ ਆਪਾਂ ਇਸ ਵੇਲੇ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਕੀ ਦੇਣਾ ਚਾਹੁੰਦੀਆਂ ਨੇ, ਕੀ ਕਰਨਾ ਹੈ ਉਹਨਾਂ ਨੇ, ਕੀ ਨਹੀਂ ਕਰਨਾ, ਕੀ ਏਜੰਡਾ ਹੈ ਜਾਂ ਮੈਨੀਫੈਸਟੋ ਦੇ ਰੂਪ ਦੇ ਵਿੱਚ। ਹੁਣ ਸਾਰੀਆਂ ਪਾਰਟੀਆਂ ਦਾ ਜੇ ਥੋੜਾ ਜਿਹਾ ਮੈਨੀਫੈਸਟੋਜ਼ ਦੇ ਰੂਪ ਦੇ ਵਿੱਚ ਲੇਖਾ ਜੋਖਾ ਕਰਨਾ ਹੋਵੇ ਤਾਂ ਕਿਵੇਂ ਦੇਖਦੇ ਹੋ? ਐਰਕੀ ਨਾ ਵੱਖਰਾ ਜਿਹਾ ਸਿਸਟਮ ਵੇਖਣ ਨੂੰ ਮਿਲਿਆ ਵਾ ਵੀ ਮੈਨੀਫੈਸਟੋ ਰਿਲੀਜ਼ ਕਰਨ ਤੋਂ ਪਹਿਲਾਂ ਪਾਰਟੀਆਂ ਨੇ ਕਿਸੇ ਨੇ ਆਪਣੇ ਨੁਕਾਤੀ ਪ੍ਰੋਗਰਾਮ 11 ਨੁਕਾਤੀ ਜਾਂ 13 ਨੁਕਾਤੀ ਪ੍ਰੋਗਰਾਮ ਦਿੱਤੇ, ਕਿਸੇ ਨੇ ਗਰੰਟੀਆਂ ਅਨਾਉਂਸ ਕੀਤੀਆਂ, ਕਿਸੇ ਨੇ ਕਿਹਾ ਵੀ ਅਸੀਂ ਸੰਕਲਪ ਆ ਸਾਡਾ ਸੰਕਲਪ ਹੈ ਲੋਕਾਂ ਪ੍ਰਤੀ, ਕਿਸੇ ਨੇ ਪੰਜਾਬ ਮਾਡਲ ਪੇਸ਼ ਕੀਤਾ। ਸੋ ਕਾਫੀ ਗੱਲਾਂ ਜਿਹੜੀਆਂ ਸੀਗੀਆਂ ਉਹ ਇਹਨਾਂ ਦਸਤਾਵੇਜ਼ ਦੇ ਥਰੂ ਲੋਕਾਂ ਤੱਕ ਆ ਗਈਆਂ ਸੀ, ਲੋਕਾਂ 'ਚ ਬਾਹਰ ਆ ਗਈਆਂ ਸੀ। ਔਰ ਮੈਨੀਫੈਸਟੋ ਮੈਂ ਹੈਰਾਨ ਹਾਂ ਵੀ ਇਹ ਮੈਨੀਫੈਸਟੋ ਇੰਨਾ ਇੰਪੋਰਟੈਂਟ ਡਾਕੂਮੈਂਟ ਹੁੰਦਾ ਔਰ ਕੁਝ ਪਾਰਟੀਆਂ ਨੇ ਹਾਲੇ ਤੱਕ ਅਨਾਉਂਸ ਨਹੀਂ ਕੀਤਾ। ਮੇਰੇ ਖਿਆਲ ਕਾਂਗਰਸ ਦਾ ਹਾਲੇ ਤੱਕ ਮੈਨੀਫੈਸਟੋ ਨਹੀਂ ਆਇਆ, ਪਤਾ ਨਹੀਂ ਆਉਣਾ ਵੀ ਹੈ। ਹਾਲਾਂਕਿ ਉਹਨਾਂ ਨੇ ਪ੍ਰਤਾਪ ਬਾਜਵਾ ਦੇ ਥੱਲੇ ਉਹਨਾਂ ਦੀ ਨੁਮਾਇੰਦਗੀ 'ਚ ਇੱਕ ਕਮੇਟੀ ਵੀ ਬਣਾਈ ਸੀ, ਮੈਨੀਫੈਸਟੋ ਕਮੇਟੀ, ਲੇਕਿਨ ਹਾਲੇ ਮੈਨੀਫੈਸਟੋ ਨਹੀਂ ਆਇਆ। ਔਰ ਅਕਾਲੀ ਦਲ ਨੇ ਵੀ ਮੈਨੀਫੈਸਟੋ ਕੱਲ੍ਹ ਹੀ ਆਪਣਾ ਰਿਲੀਜ਼ ਕੀਤਾ ਵਾ ਔਰ 3 ਕੁ ਦਿਨ ਪਹਿਲਾਂ ਭਾਜਪਾ ਜਿਹੜਾ ਗੱਠਜੋੜ ਹੈ ਉਹਨਾਂ ਨੇ ਕੀਤਾ। ਔਰ ਸੋ ਇਹ ਕਾਫੀ ਇੱਕ ਤੇ ਲੇਟ ਬਹੁਤ ਆਏ ਆ ਔਰ ਇਹਨਾਂ ਦੇ ਵਿੱਚ ਕਾਫੀਆਂ ਦੇ ਵਿੱਚ ਸਮਾਨਤਾ ਵੀ ਹੈ। ਜਿਵੇਂ ਤੁਹਾਨੂੰ ਪਤਾ ਵਾ ਕਿ ਕਰੀਬ ਸਾਰਿਆਂ ਨੇ ਕਿਹਾ ਵਾ ਵੀ ਅਸੀਂ 300 ਯੂਨਿਟ ਬਿਜਲੀ ਜਾਂ 400 ਯੂਨਿਟ ਬਿਜਲੀ ਜਿਹੜੀ ਆ ਉਹ ਮੁਫਤ ਦੇਵਾਂਗੇ। ਫਿਰ ਕਰੀਬ ਘੱਟੋ ਘੱਟ 3 ਪਾਰਟੀਆਂ ਦਾ ਮੈਨੂੰ ਪਤਾ ਵਾ ਉਹਨਾਂ ਨੇ ਕਿਹਾ ਜੀ ਅਸੀਂ 1000 ਜਾਂ 2000 ਰੁਪਇਆ ਔਰਤਾਂ ਨੂੰ ਦੇਵਾਂਗੇ, 18 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ ਨੂੰ। ਜਾਂ ਕਿਸੇ ਨੇ ਕਿਹਾ ਕਿ ਜਿਹਨਾਂ ਕੋਲ BPL ਕਾਰਡ ਆ, ਨੀਲਾ ਕਾਰਡ ਜਿਹਨੂੰ ਆਪਾਂ ਉੱਥੇ ਕਹਿੰਦੇ ਆ। ਇੱਕ ਹੋਰ ਨਵੀਂ ਗੱਲ ਇਹ ਵੇਖਣ ਨੂੰ ਮਿਲੀ ਆ ਕਿ ਘੱਟੋ ਘੱਟ 2 ਜਾਂ 3 ਪਾਰਟੀਆਂ ਨੇ ਹੁਣ ਕਿਹਾ ਵਾ ਵੀ ਅਸੀਂ ਪੰਜਾਬੀਆਂ ਵਾਸਤੇ ਨੌਕਰੀਆਂ ਦੇ ਵਿੱਚ, ਪ੍ਰਾਈਵੇਟ ਤੇ ਗਵਰਨਮੈਂਟ ਨੌਕਰੀਆਂ ਦੇ ਵਿੱਚ ਕੋਟਾ ਰੱਖਾਂਗੇ। 75% ਕੋਟਾ ਪੰਜਾਬੀ ਲਈ ਰਿਜ਼ਰਵ ਹੋਊਗਾ। ਇਹ ਪੰਜਾਬ 'ਚ ਅੱਗੇ ਕਦੀ ਨਹੀਂ ਸੀ ਹੋਇਆ। ਤੁਸੀਂ ਵੇਖਿਆ ਕੁਝ ਪ੍ਰਾਂਤਾਂ 'ਚ ਹੋ ਰਿਹਾ ਸੀ, ਸੂਬਿਆਂ 'ਚ ਹੋ ਰਿਹਾ ਸੀ, ਹਰਿਆਣਾ 'ਚ ਵੀ ਪਿੱਛੇ 75% ਕਿਹਾ ਜੀ ਉਹਨੂੰ, ਹੁਣ 75% ਕਿਹਾ ਵਾ ਅਕਾਲੀ ਦਲ ਨੇ। ਠੀਕ ਹੈ। ਸੋ ਇਹ ਇੱਕ ਨਵੀਂ ਚੀਜ਼ ਹੈ ਔਰ ਇਹੋ ਹੀ ਗੱਲ ਥੋੜੇ ਦਿਨ ਪਹਿਲਾਂ ਭਾਜਪਾ ਨੇ ਔਰ ਗੱਠਜੋੜ ਨੇ ਵੀ ਇਹੋ ਹੀ ਗੱਲ ਕੀਤੀ ਸੀ। ਸੋ ਕਈ ਚੀਜ਼ਾਂ ਐਰਕੀ ਨਵੀਆਂ ਵੀ ਹੈ ਔਰ ਕਾਫੀ ਸਮਾਨਤਾ ਜਿੰਨੇ ਮੈਨੀਫੈਸਟੋ ਹੁਣ ਤੱਕ ਆਇਆ ਉਹਨਾਂ ਦੇ ਵਿੱਚ ਹੈ। ਜਿਵੇਂ ਮੈਂ ਦੱਸਿਆ ਵਾ ਵੀ ਫ੍ਰੀ ਬਿਜਲੀ ਜਾਂ ਔਰਤਾਂ ਵਾਸਤੇ ਜਿਹੜਾ ਪੈਸਾ ਵਾ। ਔਰ ਅਕਾਲੀ ਦਲ ਦਾ ਜਿਹੜਾ ਮੈਨੀਫੈਸਟੋ ਹੈ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਅਸੀਂ ਬੁਢਾਪਾ ਪੈਨਸ਼ਨ ਵੀ ਜਿਹੜੀ 1500 ਉਹਨੂੰ ਸ਼ਾਇਦ 3100 ਕਰਤਾ ਇਹਨਾਂ ਨੇ ਔਰ ਸ਼ਗਨ ਸਕੀਮ ਜਿਹੜੀ 51000 ਸੀ ਉਹ 75000 ਕਰਤੀ ਆ। ਸਟੂਡੈਂਟਸ ਤੇ ਕਾਫੀ ਫੋਕਸ ਆ ਕਰੀਬ ਸਾਰੀਆਂ ਪਾਰਟੀਆਂ ਦਾ। ਅਕਾਲੀ ਦਲ ਨੇ ਵੀ ਕਿਹਾ ਵਾ ਔਰ ਇਸ ਤੋਂ ਪਹਿਲਾਂ ਭਾਜਪਾ ਨੇ ਵੀ ਕਿਹਾ ਸੀਗਾ ਔਰ ਆਮ ਆਦਮੀ ਪਾਰਟੀ ਨੇ ਵੀ ਇਹਦੇ ਬਾਰੇ ਅਨਾਊਂਸਮੈਂਟ ਕੀਤੀ ਆ ਕਿ ਅਸੀਂ ਜਿਹੜੇ ਸਟੂਡੈਂਟਸ ਪੜ੍ਹਨਾ ਚਾਹੁੰਦੇ ਔਰ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਉਹਨਾਂ ਵਾਸਤੇ ਅਸੀਂ 5 ਜਾਂ 10 ਲੱਖ ਰੁਪਈਆ ਜਿਹੜਾ ਵਾ ਉਹਦਾ ਲੋਨ ਦੇਵਾਂਗੇ। ਸੋ ਇਸ ਤਰ੍ਹਾਂ ਦੇ ਵਾਅਦੇ ਜਿਹੜੇ ਆ ਉਹ ਕੀਤੇ ਗਏ। ਹੁਣ ਇਹ ਪਤਾ ਨਹੀਂ ਕਿ ਇਹ ਵਾਅਦੇ ਜਿਹੜੇ ਆ ਇਹ ਪੂਰੇ ਕਿਵੇਂ ਕਰਨਗੇ, ਕਿਉਂਕਿ ਪੰਜਾਬ ਕੋਲ ਜਿਹੜੀ ਆਮਦਨੀ ਆ ਉਹ ਤਾਂ ਉਨੀ ਕੀ ਆ ਔਰ ਬਜਟ ਜਿਹੜੀ ਆਲਰੇਡੀ ਡੈਫਿਸਿਟ ਬਜਟ ਆਪਣੇ ਚੱਲ ਰਹੀ ਔਰ ਕਰੀਬ 3 ਲੱਖ ਕਰੋੜ ਦਾ ਕਰਜ਼ਾ ਵਾ। ਸੋ ਇਹ ਕਰਜ਼ੇ ਦੇ ਮੱਦੇਨਜ਼ਰ ਇਹ ਕਿਵੇਂ ਸਾਰੇ ਵਾਅਦੇ ਜਿਹੜੇ ਪੂਰੇ ਹੋਣਗੇ। ਲੇਕਿਨ ਇੱਕ ਬੜੀ ਇੰਟਰਸਟਿੰਗ ਚੀਜ਼ ਔਰ ਜਿਹੜੀ ਸ਼ਾਇਦ ਪੂਰੀ ਹੋ ਸਕਦੀ ਹੈ
ਵੈਸੇ ਤੇ ਉਹ ਪੂਰੀ ਤੇ ਤਦ ਹੀ ਹੋਊਗੀ ਜੇ ਉਹ ਸੱਤਾ 'ਚ ਆਉਣ, ਔਰ ਸੱਤਾ 'ਚ ਉਹਨਾਂ ਦੇ ਆਉਣ ਦਾ ਚਾਂਸ ਕੋਈ ਨਹੀਂ ਗਾ। ਉਹ ਵਾਅਦਾ ਹੈ ਜੋ ਭਾਜਪਾ ਗੱਠਜੋੜ ਨੇ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ 5 ਏਕੜ ਤੋਂ ਘੱਟ ਜਿਹੜੇ ਛੋਟੇ ਜ਼ਮੀਂਦਾਰ ਨੇ ਉਹਨਾਂ ਦਾ ਸਾਰਾ ਕਰਜ਼ਾ ਮਾਫ ਕਰ ਦੇਣਗੇ। ਕਿਉਂਕਿ ਮੈਂ ਆਮ ਆਦਮੀ ਪਾਰਟੀ ਦਾ 2017 'ਚ ਮੈਨੀਫੈਸਟੋ ਤੇ ਕੰਮ ਕੀਤਾ ਸੀ, ਮੈਂ ਉਸ ਕਮੇਟੀ ਦਾ ਚੇਅਰਮੈਨ ਸੀ। ਇਹ ਮੈਨੂੰ ਯਾਦ ਆਉਂਦਾ ਵਾ, ਇਹ ਕਰੀਬ ਆਲਮੋਸਟ 35-36 ਹਜ਼ਾਰ ਕਰੋੜ ਉਸ ਵੇਲੇ ਬਣਦਾ ਸੀ। 5 ਏਕੜ ਤੋਂ ਘੱਟ ਵੇਲੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਦਾ ਕਰਜ਼ਾ। ਸੋ ਇਹ ਭਾਜਪਾ ਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੂਗੀ ਤੇ ਅਸੀਂ ਇਹ ਮਾਫ ਕਰ ਦਿਆਂਗੇ। ਉਹ ਵਾਕਈ ਕਰ ਵੀ ਸਕਦੇ, ਕਿਉਂਕਿ ਤੁਹਾਨੂੰ ਪਤਾ ਕੇਂਦਰ ਕੋਲ ਪੈਸੇ ਦੀ ਕੋਈ ਘਾਟ ਹੈ ਨਹੀਂ ਗੀ। ਹਾਂਜੀ, ਲੇਕਿਨ ਇਹ ਬਹੁਤ ਵੱਡਾ ਵਾਅਦਾ ਵਾ, ਔਰ ਮੇਰੇ ਖਿਆਲ ਲੋਕਾਂ ਨੂੰ ਇੱਕ ਤਰੀਕੇ ਨਾਲ ਲੁਭਾਉਣ ਦੀ ਕੋਸ਼ਿਸ਼ ਆ ਕਿ ਲੋਕ ਸਾਡੇ ਵੱਲ ਵੋਟ ਪਾਉਣ। ਪਰ ਆਪਾਂ ਨੂੰ ਪਤਾ ਹੀ ਆ ਕਿ ਭਾਜਪਾ ਪ੍ਰਤੀ ਖਾਸ ਕਰਕੇ ਪਿੰਡਾਂ ਦੇ ਵਿੱਚ ਤੇ ਉਹਨਾਂ ਨੂੰ ਕੋਈ ਬਹੁਤੀ ਵੋਟ ਪੈਣ ਦਾ ਕੋਈ ਸਕੋਪ ਹੈ ਨਹੀਂ ਗਾ। ਅੱਛਾ, ਇਹਦੇ ਵਿੱਚ ਸੰਧੂ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਅਕਾਲੀ ਦਲ ਨੇ ਕਿਹਾ ਕਿ 5 ਲੱਖ ਤੱਕ ਕਰਜ਼ਾ ਦੇਣਾ ਹੈ ਜੇ ਕੋਈ ਬਾਹਰ ਜਾ ਕੇ ਪੜ੍ਹਨਾ। 10 ਲੱਖ ਅਕਾਲੀ ਦਲ ਨੇ 10 ਲੱਖ ਤੱਕ। ਅੱਛਾ ਜੀ, ਪਰ ਇਹਨੂੰ ਤੁਸੀਂ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਇੱਕ ਹਾਸੋਹੀਣਾ ਜਿਹਾ ਨਹੀਂ ਲੱਗਦਾ? ਕਿਉਂ ਨਹੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਿਹਾ ਜਾਂਦਾ ਕਿ ਭਾਈ ਅਸੀਂ ਤੁਹਾਨੂੰ ਇੱਥੇ ਕਰਜ਼ਾ ਦੇਵਾਂਗੇ ਕਾਰੋਬਾਰ ਕਰਨ ਲਈ, ਇੱਥੇ ਰਹਿਣ ਲਈ, ਇੱਥੇ ਅੱਗੇ ਆਪਣਾ ਰੋਜ਼ਗਾਰ ਤੋਰਨ ਦੇ ਲਈ, ਰਾਦਰ ਕਿ ਉਹ ਕਿਹਾ ਜਾਵੇ ਕਿ ਭਾਈ ਤੁਸੀਂ ਦੇਸ਼ ਚੋਂ ਚਲੇ ਜਾਓ, ਬਾਹਰ ਜਾ ਕੇ ਪੜ੍ਹੋ ਤੇ ਫਿਰ ਉੱਥੇ ਸੈਟਲ ਹੋਵੋ ਤੇ ਤੁਹਾਨੂੰ ਅਸੀਂ ਉੱਥੇ ਭੇਜਣ ਲਈ ਹੈਲਪ ਕਰਦੇ ਹਾਂ। ਇਸ ਗੱਲ ਨੂੰ ਥੋੜ੍ਹਾ ਪ੍ਰੈਕਟੀਕਲੀ ਕਿਵੇਂ ਦੇਖਦੇ ਹੋ? ਨਹੀਂ, ਉਹ ਕਰਜ਼ਾ ਉੱਥੇ ਵੀ ਕੋਈ ਪੜ੍ਹਨਾ ਚਾਹੁੰਦਾ ਵਾ ਤੇ ਉਹਨੂੰ ਵੀ ਦੇਣਗੇ, ਲੇਕਿਨ ਉਹਨਾਂ ਨੂੰ ਪਤਾ ਵਾ ਕਿ ਅਸੀਂ ਜੋ ਮਰਜ਼ੀ ਕਰ ਲਈਏ, ਜਿਹੜਾ ਸਾਡਾ ਨੌਜਵਾਨ ਤਬਕਾ ਵਾ ਉਹ ਤੇ ਹੁਣ ਇਸ ਵੇਲੇ ਬਾਹਰ ਨੂੰ ਉਹਨੇ ਵਹੀਰਾਂ ਕੱਤੀਆਂ ਵਾ, ਉਹਨੂੰ ਸ਼ਾਇਦ ਰੋਕਣਾ ਕਾਫੀ ਮੁਸ਼ਕਿਲ ਆ। ਪਿੱਛੇ ਜੇ ਆਮ ਆਦਮੀ ਪਾਰਟੀ ਨੇ ਕਿਹਾ ਸੀ, ਕਿਤੇ ਅਰਵਿੰਦ ਕੇਜਰੀਵਾਲ ਨੇ ਕਿਤੇ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਇਹੋ ਜਿਹੀ ਕੰਡੀਸ਼ਨ ਇੱਥੇ ਬਣਾ ਦਿਆਂਗੇ, ਨੌਕਰੀਆਂ ਦੇਵਾਂਗੇ, ਲੋਕਾਂ ਨੂੰ ਰੁਜ਼ਗਾਰ ਪੈਦਾ ਕਰਾਂਗੇ ਕਿ ਜਿਹੜੇ ਬਾਹਰ ਵੀ ਨੌਜਵਾਨ ਗਏ ਵਾਪਸ ਆ ਜਾਣਗੇ ਜੀ। ਫਿਰ ਉੱਥੇ ਕਿਸੇ ਨੇ ਕਮੈਂਟ ਕੀਤਾ ਵੀ ਇੱਥੇ ਕਿਸੇ ਨੂੰ ਤੁਸੀਂ DC ਵੀ ਲਾ ਦਿਓ ਨੇ ਫਿਰ ਵੀ ਵਾਪਸ ਨਹੀਂ ਆਉਣਾ ਜੇ ਕੋਈ ਕੈਨੇਡਾ ਜਾ ਕੇ ਸੈਟਲ ਹੋ ਗਿਆ ਤੇ। ਹਾਂਜੀ, ਸੋ ਕਹਿਣ ਦਾ ਮਤਲਬ ਹੈ ਵੀ ਇਹ ਇੱਕ ਹਕੀਕਤ ਆ, ਇਹਨੂੰ ਤੁਸੀਂ ਹੁਣ ਦੇਖਿਆ ਰਿਵਰਸ ਕਰਨਾ ਬਹੁਤ ਮੁਸ਼ਕਿਲ ਆ। ਰਿਵਰਸ ਕਰਦਿਆਂ ਵੀ ਇਹਨੂੰ ਘੱਟੋ ਘੱਟ 5 ਤੋਂ 10 ਸਾਲ ਲੱਗ ਜਾਣਗੇ। ਰਾਈਟ। ਅੱਛਾ, ਇਹਦੇ ਵਿੱਚ ਸਰ ਤੁਸੀਂ ਮੈਨੀਫੈਸਟੋਜ਼ ਦੀ ਗੱਲ ਕੀਤੀ ਹੈ, ਥੋੜ੍ਹਾ ਜਿਹਾ ਹੋਰ ਸਾਡੇ ਲਿਸਨਰਸ ਦੇ ਨਾਲ ਇਹਦੇ ਬਾਰੇ 'ਚ ਜਾਣਕਾਰੀ ਦਿਓ ਕਿ ਜਦੋਂ ਮੈਨੀਫੈਸਟੋਜ਼ ਬਣਾਏ ਜਾਂਦੇ ਆ ਜਾਂ ਇੱਕ ਮੁੱਢਲੇ ਰੂਪ 'ਚ ਤਾਂ ਇਹੀ ਹੁੰਦਾ ਸਾਰਿਆਂ ਦਾ, ਸਾਰੀ ਪਾਰਟੀਜ਼ ਦਾ, ਕਿ ਭਾਈ ਇਹਦੇ ਵਿੱਚ ਜਿਹੜਾ ਮਰਜ਼ੀ ਕੋਈ ਲੂਣ ਮਸਾਲਾ ਪਾ ਦਿਓ, ਇੱਦਾਂ ਦਾ ਕੋਈ ਨਾ ਕੋਈ ਇੱਦਾਂ ਦਾ ਤਰੀਕਾ ਬਣਾਓ ਵੀ ਸਾਰੇ ਵੱਧ ਤੋਂ ਵੱਧ ਅਟਰੈਕਟ ਕਰ ਸਕੀਏ। ਪਰ ਜਦੋਂ ਮੈਨੀਫੈਸਟੋ, ਜਿਵੇਂ ਤੁਸੀਂ ਖੁਦ ਕਿਹਾ, ਬੜਾ ਕਲੋਜ਼ਲੀ ਤੁਸੀਂ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਨੂੰ ਬਣਾਉਣ ਦੇ ਵਿੱਚ ਅਹਿਮ ਰੋਲ ਨਿਭਾਇਆ ਪਿਛਲੀ ਵਾਰ, ਜਦੋਂ ਤੁਸੀਂ ਬਣਾ ਰਹੇ ਸੀ ਜਾਂ ਬਾਕੀ ਜਦੋਂ ਸਾਰੇ ਜਿਹੜੇ ਇਸ ਤਰ੍ਹਾਂ ਅਫੀਸ਼ੀਅਲਸ ਜਿਹੜੇ ਹੁੰਦੇ ਨੇ ਔਨ ਬੋਰਡ ਹੁੰਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੀ ਮਾਹੌਲ ਚੱਲ ਰਿਹਾ ਹੁੰਦਾ ਜੀ? ਕਿਹੜੀ ਕੈਲਕੂਲੇਸ਼ਨਸ, ਕਿਹੜੀ ਅਸੈਸਮੈਂਟ ਕਿਵੇਂ ਦੇਖੀ ਜਾਂਦੀ ਹੈ ਜਿਹੜੀਆਂ ਅਲੱਗ-ਅਲੱਗ ਪਾਰਟੀਜ਼? ਕਿਉਂਕਿ ਇਹ 'ਚ ਤਾਂ ਕੋਈ ਸ਼ੱਕ ਨਹੀਂ ਕਿ ਮੈਨੀਫੈਸਟੋ ਬਣਾਉਣ ਦੇ ਲਈ ਸਾਰੇ ਬਹੁਤ ਇੰਟੈਲੈਕਚੁਅਲ ਬੰਦਿਆਂ ਨੂੰ ਹੀ ਡਿਊਟੀ ਦਿੱਤੀ ਜਾਂਦੀ ਹੈ, ਪਰ ਉਹਨਾਂ ਦੀਆਂ ਕਿੰਨੀਆਂ ਕੁ ਮੰਨੀਆਂ ਜਾਂਦੀਆਂ ਪਾਰਟੀ ਲੈਵਲ ਦੇ ਉੱਪਰ, ਤੇ ਜਾਂ ਉਹਨੂੰ ਜਦੋਂ ਐਕਚੁਅਲ 'ਚ ਵੋਟਰਾਂ ਦੇ ਮੋਹਰੇ ਲੈ ਕੇ ਜਾਣਾ ਉਸ ਵੇਲੇ ਕਿਵੇਂ ਜਿਹੜੀ ਆਖਰੀ ਰੂਪ ਰੇਖਾ ਹੁੰਦੀ ਉੱਥੇ ਤੱਕ ਪਹੁੰਚਦਿਆਂ ਥੋੜ੍ਹਾ ਜਿਹਾ ਸਮਝਾਓ ਤਾਂ ਜਰਾ ਕਿਵੇਂ ਚੱਲਦਾ ਜੀ ਇਹ ਪ੍ਰੋਸੈਸ? ਇੱਥੇ 2-3 ਪਹਿਲੂ ਆ ਹਰਜਿੰਦਰ। ਇੱਕ ਤੇ 2017 ਤੋਂ ਪਹਿਲਾਂ ਇਹਦੇ ਤੇ ਕੋਈ ਬਹੁਤਾ ਕੰਮ ਨਹੀਂ ਸੀ ਹੁੰਦਾ। ਹਰ ਚੋਣਾਂ ਤੋਂ ਪਹਿਲਾਂ 2-3 ਪੇਜ ਦਾ ਮੈਨੀਫੈਸਟੋ ਦੇ ਦਿੰਦੇ ਸੀਗੇ। ਹਾਂਜੀ, ਔਰ ਇਹ ਇਸ਼ੂ ਵੀ ਨਹੀਂ ਸੀ ਬਣਦਾ। ਫਿਰ ਅਸੀਂ 2017 ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸਿਸਟਮ। ਉਹਨਾਂ ਪਹਿਲਾਂ ਦਿੱਲੀ ਚੋਣਾਂ ਤੋਂ ਪਹਿਲਾਂ ਕੀਤਾ, ਔਰ ਇੱਥੇ ਵੀ ਉਹਨਾਂ ਨੇ ਅਸੀਂ ਇੱਕ ਬੋਲਦਾ ਪੰਜਾਬ ਨਾਂ ਦਾ ਇੱਕ ਮੁਹਿੰਮ ਚਲਾਈ। ਲੋਕਾਂ ਦੇ ਵਿੱਚ ਗਏ, ਲੋਕਾਂ ਦੇ ਨਾਲ ਮੀਟਿੰਗਸ ਕੀਤੀਆਂ। ਹਰ ਮੀਟਿੰਗ 'ਚ 500-700 ਬੰਦਾ ਹੁੰਦਾ ਸੀਗਾ। ਉਹਦੇ ਬੇਸ ਤੇ ਅਸੀਂ ਫਿਰ ਵੱਖਰੇ ਵਰਗ ਵਾਸਤੇ ਜਾਂ ਖੇਤਰ ਵਾਸਤੇ ਅਸੀਂ ਮੈਨੀਫੈਸਟੋ ਬਣਾਏ, ਕਿਸਾਨਾਂ ਲਈ ਅੱਡ, ਵਪਾਰੀਆਂ ਲਈ ਅੱਡ, ਨੌਜਵਾਨਾਂ ਲਈ ਅੱਡ ਵਗੈਰਾ ਵਗੈਰਾ, ਔਰ ਅਸੀਂ ਉਹਦਾ ਰੂਪ ਰੇਖਾ ਤਿਆਰ ਕਰਦੇ ਸੀ। ਫਿਰ ਉਹਨੂੰ ਫਾਈਨਲ ਡਿਸਕਸ਼ਨ ਵਾਸਤੇ ਅਸੀਂ ਅਰਵਿੰਦ ਕੇਜਰੀਵਾਲ ਕੋਲ ਲੈ ਜਾਂਦੇ ਸੀਗੇ। ਠੀਕ ਹੈ। ਔਰ ਕਈ ਗੱਲਾਂ ਉੱਥੇ ਨਹੀਂ ਵੀ ਮੰਨੀਆਂ ਜਾਂਦੀਆਂ ਸੀ। ਮੈਨੂੰ ਯਾਦ ਆ ਹੁਣ, ਕਿਉਂਕਿ ਤੁਸੀਂ ਗੱਲ ਕੀਤੀ ਹੈ ਤੇ ਮੈਨੂੰ ਯਾਦ ਆ ਗਿਆ ਜੀ। ਪਾਣੀਆਂ ਦਾ ਮਸਲਾ ਜਿਹੜਾ ਵਾ, ਇਹਦੇ ਤੇ ਮੈਨੂੰ ਯਾਦ ਆ ਅਸੀਂ ਜਦੋਂ ਸਾਰੀ ਕਮੇਟੀ ਅਸੀਂ ਉੱਥੇ ਪੁਆਇੰਟ ਰੱਖਿਆ ਸੀਗਾ ਕਿ ਜਿਹੜਾ ਪੰਜਾਬ ਦਾ ਪਾਣੀ ਆ ਇਹ ਪੰਜਾਬ ਦਾ ਹੀ ਹੋਣਾ ਚਾਹੀਦਾ ਵਾ, ਕਿਉਂਕਿ ਰਾਈਟੇਰੀਅਨ ਰਾਈਟ ਦੇ ਤਹਿਤ ਇਹ ਦੂਜੀਆਂ ਸਟੇਟਾਂ ਨੂੰ ਨਹੀਂ ਮਿਲ ਸਕਦਾ। ਇਹ ਪੰਜਾਬ ਦੀ ਬੇਸਿਕ ਰਾਈਟ ਆ। ਠੀਕ ਹੈ। ਔਰ ਇਹਦੇ ਤੇ ਜੇ ਪਾਣੀ ਦੂਸਰੀਆਂ ਸਟੇਟਾਂ ਨੂੰ ਜਾਂਦਾ ਵਾ ਤੇ ਉਹਨਾਂ ਨੂੰ ਇਹਦਾ ਮੁਆਵਜ਼ਾ ਦੇਣਾ ਚਾਹੀਦਾ ਪੰਜਾਬ ਨੂੰ। ਸੋ ਜਦੋਂ ਇਹ ਪੁਆਇੰਟ ਉੱਥੇ ਡਿਸਕਸ਼ਨ ਸਟੇਜ ਦੇ ਉੱਪਰ ਟੇਬਲ ਤੇ ਆਇਆ ਤੇ ਅਰਵਿੰਦ ਕੇਜਰੀਵਾਲ ਪੜ੍ਹਦੇ ਉਸ ਪੁਆਇੰਟ ਤੇ ਰੁਕ ਗਏ, ਕਹਿੰਦੇ ਇਹਨੂੰ ਕੱਢ ਦਿਓ ਬਸ ਪਿੱਛੋਂ। ਅੱਛਾ। ਸੋ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਵੀ ਬਹੁਤ ਵੱਡਾ ਪੁਆਇੰਟ ਹੈ, ਇਹਨੂੰ ਆਪਾਂ ਕੱਢਣਾ ਤੇ ਬਹੁਤ ਮੁਸ਼ਕਿਲ ਆ। ਲੋਕੀ ਐਕਸਪੈਕਟ ਕਰਦੇ ਕਿ ਆਪਾਂ ਇੱਥੇ ਕੁਛ ਕਹੀਏ। ਉਹ ਕਹਿੰਦੇ ਨਹੀਂ, ਇਹ ਆਪਾਂ ਨਾ ਇਹਦੇ ਮੈਨੀਫੈਸਟੋ 'ਚ ਨਾ ਪਾਈਏ ਇਹਨੂੰ। ਆਫਟਰ ਆਲ ਆਪਾਂ ਹਰਿਆਣਾ 'ਚ ਵੀ ਚੋਣਾਂ ਲੜਨੀਆਂ ਵਾ, ਬਾਕੀ ਥਾਵਾਂ ਤੇ ਵੀ ਚੋਣਾਂ ਲੜਨੀਆਂ ਵਾ। ਸੋ ਉਸ ਵੇਲੇ ਤੇ ਗੱਲ ਖਤਮ ਹੋ ਗਈ।
ਤੇ ਮੈਂ ਬਾਅਦ 'ਚ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਉੱਥੇ ਤੋਂ ਕੱਢ ਦਈਏ, ਪਰ ਇਹਨੂੰ ਇਹ ਪੁਆਇੰਟ ਤੇ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਰੇਜ਼ ਕਰਨਾ ਚਾਹੀਦਾ ਵਾ। ਉਹ ਆਂਦੇ ਕਿ ਕਿਉਂਕਿ ਮੈਂ ਮੈਨੀਫੈਸਟੋ ਜਿੱਥੇ ਰਿਲੀਜ਼ ਹੋਣਾ ਉੱਥੇ ਆਉਣਾ ਵਾ, ਤੇ ਤੁਸੀਂ ਬਾਅਦ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਇਸ ਪੁਆਇੰਟ ਦੇ ਉੱਪਰ ਸੈਪਰੇਟਲੀ ਪ੍ਰੈਸ ਕਾਨਫਰੰਸ ਕਰ ਦਿਓ। ਅੱਛਾ, ਇਸ ਗੱਲ ਤੇ ਉਹ ਮੰਨੇ, ਲੇਕਿਨ ਉਹ ਫਿਰ ਪ੍ਰੈਸ ਕਾਨਫਰੰਸ ਬਾਅਦ 'ਚ ਹੋਈ ਨਹੀਂ, ਕਿਉਂਕਿ ਸੁਖਪਾਲ ਖਹਿਰੇ ਨੇ ਕਿਸੇ ਸਟੇਜ ਦੇ ਉੱਪਰ ਇਹ ਕਹਿ ਵੀ ਦਿੱਤਾ, ਤੇ ਫਿਰ ਅਰਵਿੰਦ ਕਹਿਣ ਲੱਗ ਪਏ ਵੀ ਉਹਨਾਂ ਨੇ ਹੁਣ ਕਹਿ ਹੀ ਦਿੱਤਾ, ਹੁਣ ਇਹਨੂੰ ਛੱਡੋ ਪਰਾਂ। ਸੋ ਕਈ ਗੱਲਾਂ ਜਿਹੜੀਆਂ ਵਾ ਉਹ ਫਾਈਨਲ ਸਟੇਜ ਦੇ ਵਿੱਚ ਆ ਕੇ ਨਿਕਲ ਵੀ ਜਾਂਦੀਆਂ। ਹੁਣ ਤੁਹਾਨੂੰ ਮੈਂ ਦੱਸਿਆ ਹੀ ਆ ਕਿ ਪਾਣੀ ਦਾ ਮਸਲਾ ਜਿਹੜਾ ਵਾ, ਇਹਨੂੰ ਫਿਰ ਅਸੀਂ ਗੋਲਮੋਲ ਜਿਹਾ ਕੀਤਾ ਉਹਨੂੰ, ਉਹ ਨਹੀਂ ਮੰਨੇ ਕਿ ਇਹਦਾ ਜਿਵੇਂ ਅਸੀਂ ਰੈਫਰੈਂਸ ਦੇਣਾ ਚਾਹੁੰਦੇ ਸੀ ਉਹ ਉਹਨਾਂ ਨਹੀਂ ਦੇਣ ਦਿੱਤਾ। ਅੱਛਾ, ਬਾਕੀ ਪਾਰਟੀਜ਼ 'ਚ ਵੀ ਇਸ ਤਰ੍ਹਾਂ ਮੈਂ ਉਹੀ ਤਾਂ ਜਾਣਨਾ ਚਾਹੁੰਦਾ ਸੀਗਾ ਵੀ ਜਿਹੜੇ ਲੋਕ ਜਿਵੇਂ ਤੁਸੀਂ ਬਣਾਇਆ, ਇਸੇ ਤਰ੍ਹਾਂ ਹੋਰ ਬਹੁਤ ਇੰਟੈਲੈਕਚੁਅਲ ਲੈਵਲ ਦੇ ਉੱਪਰ ਬੜੇ ਇੰਪੋਰਟੈਂਟ ਪੁਆਇੰਟਸ ਜਿਹੜੇ ਬਣਾ ਕੇ ਪ੍ਰੈਜ਼ੈਂਟ ਤਾਂ ਕਰ ਦਿੱਤੇ ਜਾਂਦੇ ਹੋਣਗੇ, ਪਰ ਫਿਰ ਉੱਥੇ ਸਿਆਸਤ ਮੂਹਰੇ ਆ ਜਾਂਦੀ ਹੋਣੀ ਹੈ। ਦੂਸਰੀ ਨਹੀਂ, ਇਸ ਤਰ੍ਹਾਂ ਹੋਇਆ ਕਿਉਂਕਿ ਅਸੀਂ ਬਹੁਤ ਡਿਟੇਲ ਦੇ ਵਿੱਚ ਇਹ ਪ੍ਰੋਸੈਸ ਸੀ, ਆਲਮੋਸਟ 6 ਮਹੀਨੇ ਪ੍ਰੋਸੈਸ ਚੱਲਿਆ। ਮੈਂ 25-30 ਬੋਲਦਾ ਪੰਜਾਬ ਮੀਟਿੰਗਸ ਕੀਤੀਆਂ, ਬਾਹਰ ਇੱਥੇ ਸਕਾਈਪ ਦੇ ਉੱਪਰ NRIs ਨਾਲ ਗੱਲਬਾਤ ਕੀਤੀ, ਮਹਾਰਾਣਾ ਮੀਟਿੰਗ ਕੀਤੀਆਂ। ਫਿਰ ਕਾਂਗਰਸ ਨੇ ਵੀ ਸੋਚਿਆ ਵੀ ਸਾਨੂੰ ਵੀ ਇੱਕ ਚੰਗਾ ਦਸਤਾਵੇਜ਼ ਬਣਾਉਣਾ ਚਾਹੀਦਾ। ਉਹਨਾਂ ਮਨਪ੍ਰੀਤ ਬਾਦਲ ਤੇ ਰਜਿੰਦਰ ਕੌਰ ਭੱਠਲ ਦੀ ਡਿਊਟੀ ਲਾਈ, ਪਰ ਉਹ ਉਹਨਾਂ ਨੇ ਇਸ ਤਰ੍ਹਾਂ ਦਾ ਉਹਨਾਂ ਕੋਲ ਸਿਸਟਮ ਹੈ ਨਹੀਂ ਸੀਗਾ, ਨਾ ਹੀ ਮੇਰੇ ਖਿਆਲ ਉਹਨਾਂ ਕੋਲ ਟਾਈਮ ਸੀਗਾ। ਸੋ ਉਹਨਾਂ ਨੇ ਲੋਕਾਂ ਤੋਂ ਲੈ ਲਏ ਜਿੰਨੇ ਵੀ ਰੈਪਰੈਜ਼ੈਂਟੇਸ਼ਨਸ ਹੁੰਦੀਆਂ ਵਾ, ਉਹ ਸਾਰੀਆਂ ਰੈਪਰੈਜ਼ੈਂਟੇਸ਼ਨਸ ਇਕੱਠੀਆਂ ਕਰਕੇ ਤੇ ਇੱਕ ਡਾਕੂਮੈਂਟ ਬਣਾਤਾ 100-150 ਪੇਜ ਦਾ। ਅੱਗੇ ਉਹਨਾਂ ਦਾ ਡਾਕੂਮੈਂਟ 2-3 ਪੇਜ ਦਾ ਹੁੰਦਾ ਸੀ, ਤੇ ਫਿਰ 100-150 ਪੇਜ ਦਾ ਬਣਾਤਾ ਉਹਨਾਂ ਨੇ। ਔਰ ਉਹੀ ਜਿਹੜਾ ਸੀਗਾ ਉਹ ਬਾਅਦ ਦੇ ਵਿੱਚ ਉਹਨਾਂ ਵਾਸਤੇ ਬੜੀ ਮੁਸ਼ਕਿਲ ਵੱਡੀ ਬਣ ਗਈ, ਕਿਉਂਕਿ ਉਹ ਇੰਨੇ ਵੱਡੇ ਵਾਅਦੇ ਕਰਤੇ ਉਹ ਪੂਰੇ ਨਹੀਂ ਹੋ ਸਕੇ। ਸੋ ਇਸੇ ਕਰਕੇ ਤੇ ਲੋਕੀ ਹੁਣ ਕਹਿੰਦੇ ਆ ਕਿ ਇਹਨੂੰ ਮੈਨੀਫੈਸਟੋ ਦੀ ਬਜਾਏ ਇਹਨੂੰ ਇਕਰਾਰਨਾਮਾ ਕਹਿਣਾ ਚਾਹੀਦਾ। ਔਰ ਜਿਹੜਾ SSM ਸੰਯੁਕਤ ਸਮਾਜ ਮੋਰਚੇ ਨੇ ਜਿਹੜਾ ਆਪਣਾ ਡਾਕੂਮੈਂਟ ਰਿਲੀਜ਼ ਕੀਤਾ ਵਾ, ਉਹਨਾਂ ਨੇ ਕਿਹਾ ਹੀ ਇਕਰਾਰਨਾਮਾ ਵਾ। ਅੱਛਾ, ਇਹਦੇ ਚ ਸੰਧੂ ਸਾਹਿਬ ਇਹ ਪੋਸੀਬਿਲਿਟੀਜ਼ ਹੈਗੀਆਂ ਨੇ ਆਉਣ ਵਾਲੇ ਟਾਈਮ 'ਚ ਕਿਤੇ ਕਿ ਇਹਨੂੰ ਇੱਕ ਕਾਨੂੰਨੀ ਦਸਤਾਵੇਜ਼ ਬਣਾ ਕੇ ਪ੍ਰੋਪਰ ਇਹਦਾ ਇਲੈਕਸ਼ਨ ਕਮਿਸ਼ਨ ਦੇ ਅੰਡਰ ਇਹਨੂੰ ਰਜਿਸਟਰ ਕਰਕੇ ਕਿਸੇ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਸਕੇ। ਆਪਾਂ ਇਹਦੀ ਗੱਲ ਕਰਦੇ ਹਾਂ, ਪਰ ਇੱਕ ਕਾਲਰ ਨੇ ਆਪਣੇ ਨਾਲ, ਚੰਨਪ੍ਰੀਤ ਹੋਰੀ, ਕਾਫੀ ਦੇਰ ਤੋਂ, ਆਪਾਂ ਉਹਨਾਂ ਦੀ ਗੱਲ ਸੁਣ ਲੈਂਦੇ ਤੇ ਫਿਰ ਇਸ ਪੁਆਇੰਟ ਨੂੰ ਅੱਗੇ ਤੋਰਦੇ ਹਾਂ। ਹਾਂਜੀ ਚੰਨਪ੍ਰੀਤ ਭਾਈ, ਤੁਸੀਂ ਆਉਂਦੇ ਰਹੋ। ਤੁਸੀਂ ਗੱਲ ਭਾਜੀ ਦੁਬਾਰਾ ਕਾਲ ਕਰ ਲਈ ਮੈਂ। ਹਾਂਜੀ ਸਰ, ਜਿੱਦਾਂ ਮੈਂ ਕਿ ਤੁਸੀਂ ਗੱਲ ਕੀਤੀ ਨਾ ਕਿ ਜਿੱਦਾਂ ਪਾਰਟੀਜ਼ ਕਹਿ ਰਹੀਆਂ ਹੈ ਕਿ ਅਸੀਂ ਤੁਹਾਨੂੰ ਬਾਹਰ ਜਾਣ ਲਈ ਕਰਜ਼ਾ ਦੇਵਾਂਗੇ, ਹੈ ਨਾ, 5-5, 10-10 ਲੱਖ ਰੁਪਇਆ, ਤੇ ਤੁਸੀਂ ਕਿਹਾ ਕਿ ਏਦਾਂ ਕਿਉਂ ਨਹੀਂ ਕਿਹਾ ਜਾਂਦਾ ਕਿ ਅਸੀਂ ਚਲੋ ਇੱਥੇ ਤੁਹਾਨੂੰ ਕਰਜ਼ਾ ਦਿੰਦੇ ਹਾਂ, ਤੁਸੀਂ ਕੋਈ ਕੰਮ ਖੋਲੋ ਜਾਂ ਫਿਰ ਤੁਸੀਂ ਇੱਥੇ ਪੜ੍ਹਾਈ ਕਰੋ, ਹੈ ਨਾ। ਤੇ ਉੱਪਰੋਂ ਸੰਧੂ ਸਾਹਿਬ ਕਹਿੰਦੇ ਆ ਕਿ ਵੀ ਇਹਨਾਂ ਨੂੰ ਹੁਣ ਪਤਾ ਹੈ ਵੀ ਸਾਰਾ ਨੌਜਵਾਨ ਤਬਕਾ ਜਿਹੜਾ ਬਾਹਰ ਹੀ ਜਾਣਾ ਚਾਹੁੰਦਾ, ਹੈ ਨਾ। ਤੇ ਮੈਂ ਇੱਕ ਗੱਲ ਸੰਧੂ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਸੰਧੂ ਸਾਹਿਬ ਦੇਖੋ, ਗੱਲ ਹੈਗੀ ਏਦਾਂ ਵੀ ਨੌਜਵਾਨ ਬਾਹਰ ਨੂੰ ਤਾਂ ਭੇਜਦੇ ਆ ਕਿਉਂਕਿ ਉੱਥੇ ਓਪਰਚੁਨਿਟੀ ਹੈ ਨਹੀਂ, ਹੈ ਨਾ। ਮੈਂ ਅੱਜ ਵੀ ਕਹਿਣਾ ਕਿ ਰਵਿੰਦਰ ਭਾਜੀ, ਮੈਂ ਤੁਹਾਡੇ ਨਾਲ ਐਗਰੀ ਹਾਂ, ਮੈਂ ਅੱਜ ਵੀ ਕਹਿਣਾ ਜੇ ਆਮ ਆਦਮੀ ਪਾਰਟੀ ਦੀ ਜਾਂ ਕੋਈ ਵੀ ਸਰਕਾਰ ਆਉਂਦੀ ਹੈ, ਭਾਵੇਂ ਕਾਂਗਰਸ ਦੀ ਆਵੇ ਭਾਵੇਂ ਅਕਾਲੀ ਦਲ ਦੀ ਆਵੇ, ਹੁਣ ਵੀ ਜੇ ਉਹ ਇੰਡੀਆ ਜਾਂ ਪੰਜਾਬ ਦੀ ਇਕੋਨਮੀ ਨੂੰ ਵਧਾਉਣ ਦੇ ਵਿੱਚ ਹੈਲਪ ਕਰਦੀ ਹੈ, ਤਾਂ ਮੈਂ ਅੱਜ ਵੀ ਭਾਜੀ ਇਹ ਔਨ ਏਅਰ ਦੀ ਗੱਲ ਮਤਲਬ ਕਰਦਾ ਹਾਂ, ਪਤਾ ਨਹੀਂ ਕਿੰਨੇ ਲੋਕੀ ਸੁਣਦੇ ਹੋਣੇ, ਹੈ ਨਾ, ਵੀ ਮੈਂ ਅੱਜ ਵੀ ਵਾਪਸ ਮੁੜ ਜੂੰਗਾ ਜੇ ਉਹ ਉੱਥੇ ਵੀ ਇਕੋਨਮੀ ਵਧਾਉਣ ਦੀ ਗੱਲ ਕਰਨ ਤੇ ਉੱਥੇ ਕਹਿਣ ਵੀ ਚਲੋ ਅਸੀਂ ਤੁਹਾਨੂੰ 10 ਲੱਖ ਜਾਂ 15 ਲੱਖ ਜਾਂ 5 ਲੱਖ ਦਾ ਹੀ ਤੁਹਾਨੂੰ ਕਰਜ਼ਾ ਦਿੰਦੇ ਹਾਂ, ਤੁਸੀਂ ਇੱਥੇ ਆ ਕੇ ਆਪਣਾ ਬਿਜ਼ਨਸ ਸ਼ੁਰੂ ਕਰੋ, ਕਿਉਂਕਿ ਇੱਥੇ ਵੀ ਤਾਂ ਹੁਣ ਆਪਾਂ ਆਪਣੇ ਕੰਮ ਹੀ ਚਲਾਉਂਦੇ ਹਾਂ, ਹੈ ਨਾ। ਕੋਈ ਬੰਦਾ ਭਾਜੀ ਇਸ ਵੇਲੇ ਦਿਹਾੜੀ ਕਰਦਾ ਵਾ, ਕੋਈ ਟਿਮ ਹੋਟਲ ਤੇ ਲੱਗਾ, ਕੋਈ ਪੀਜ਼ੇ ਤੇ ਲੱਗਾ, ਕੌਣ ਚਾਹੁੰਦਾ ਵੀ ਪਹਿਲੀ ਗੱਲ ਤੇ ਆਪਣਾ ਘਰ ਛੱਡਣਾ, ਕੋਈ ਵੀ ਨਹੀਂ ਚਾਹੁੰਦਾ ਭਾਜੀ, ਹੈ ਨਾ ਜੀ। ਤੇ ਮੈਂ ਤਾਂ ਅੱਜ ਵੀ ਇਹ ਗੱਲ ਕਹਿੰਦਾ ਵਾ ਕਿ ਹੁਣ ਵੀ ਜੇ ਪੰਜਾਬ ਦੀ ਹਾਲਤ ਸੁਧਾਰਨ ਦੇ ਉੱਤੇ ਕੰਮ ਕਰਦੇ ਆ, ਸਰਕਾਰ ਜਿਹੜੀ ਮਰਜ਼ੀ ਬਣੇ, ਮੈਂ 2 ਸਾਲ ਤੱਕ ਦੇਖਣਾ ਵੀ ਜੇ ਹੁਣ ਮਾਰਚ ਦੇ ਵਿੱਚ ਆਪਣਾ ਰਿਜ਼ਲਟ ਆਇਆ ਨਾ 2023-2024 ਤੱਕ ਦੇਖੂਗਾ, ਜੇ ਤਾਂ ਪੰਜਾਬ ਕਿਤੇ ਵੱਧਦਾ ਹੋਇਆ ਫਿਰ ਤਾਂ ਭਾਜੀ ਮੈਂ ਅੱਜ ਵੀ ਪੰਜਾਬ ਵਾਪਸ ਹੋ ਜਾਊਗਾ, ਹੈ ਨਾ। ਜੇ ਪੰਜਾਬ ਨਾ ਵੱਧਦਾ ਹੋਊਗਾ ਤੇ ਜੇ ਉਹ ਭਾਜੀ ਉਹਨਾਂ ਨੇ ਜਿਹੜੇ ਉੱਥੇ ਆਪਣੇ ਯੂਥ ਹੈਗਾ ਬੈਠਾ, ਜਿਹੜੇ ਆਪਣੇ ਭਾਈ ਉੱਥੇ ਭਰਾ ਭੈਣਾਂ ਬੈਠੀਆਂ ਨੇ ਉੱਥੇ, ਹੈ ਨਾ, ਉਹਨਾਂ ਨੇ ਫਿਰ ਬਾਹਰਲੇ ਮੁਲਕਾਂ ਵੱਲ ਹੀ ਭੱਜਣਾ, ਕਿਉਂਕਿ ਓਪਰਚੁਨਿਟੀ ਬਾਹਰਲੇ ਮੁਲਕ, ਹੁਣ ਕੋਈ ਵਿਹਲਾ ਨਹੀਂ ਰਹਿਣਾ ਚਾਹੁੰਦਾ ਭਾਜੀ, ਹੈ ਨਾ, ਸਾਰੇ ਬੰਦੇ ਕੰਮ ਕਰਨਾ ਚਾਹੁੰਦੇ ਆ, ਹੈ ਨਾ। ਵਿਹਲਾ ਹੁਣ ਬੰਦਾ ਕਿੰਨਾ ਮੌਕੇ ਨਹੀਂ ਮਿਲਦੇ ਕਈ ਵਾਰੀ ਉੱਥੇ, ਹੈ ਨਾ। ਉਹੀ ਗੱਲ ਆ ਭਾਜੀ, ਉਹੀ ਗੱਲ ਆ। ਉੱਥੇ ਇੰਜੀਨੀਅਰ ਵੀ ਜਿਹੜੇ ਨੇ 9-9 ਹਜ਼ਾਰ ਰੁਪਇਆ ਤਨਖਾਹ ਲੈ ਰਹੇ ਨੇ। ਅਸੀਂ ਇੰਜੀਨੀਅਰ ਦੀ ਵੈਲਿਊ ਤੁਸੀਂ ਤੁਹਾਨੂੰ ਆਪ ਨੂੰ ਪਤਾ ਵੀ ਕਿੰਨੀ ਵੈਲਿਊ ਆ, ਹੈ ਨਾ ਉੱਥੇ। ਠੀਕ ਹੈ, ਆਪਾਂ ਸੁਣ ਲੈਂਦੇ ਹਾਂ ਸੰਧੂ ਸਾਹਿਬ ਕੀ ਕਹਿੰਦੇ ਨੇ। ਸੰਧੂ ਸਾਹਿਬ, ਵੈਸੇ ਇੱਕ ਗੱਲ ਹੈ ਕਿ ਕੀ ਇਹ ਕਮੀ ਸਿਸਟਮ ਦੀ ਹੈ ਕਿ ਲੋਕਾਂ ਦਾ ਮਾਈਂਡਸੈਟ ਇਦਾਂ ਦਾ ਬਣ ਗਿਆ ਕਿ ਅਸੀਂ ਕਰਨਾ ਹੀ ਨਹੀਂ ਚਾਹੁੰਦੇ, ਕਿਉਂਕਿ ਕਰਨ ਵਾਲੇ ਤਾਂ ਉੱਥੇ ਹੁਣ ਮੈਂ ਜੇ ਦੇਖਾਂ ਤਾਂ ਬਹੁਤ ਵੱਡੇ ਲੋਕ ਜਿਹੜੇ ਬਿਲੀਅਨਸ ਆਫ ਡਾਲਰਸ ਦਾ ਬਿਜ਼ਨਸ ਇੰਡੀਆ 'ਚ ਬੈਠੇ, ਪੰਜਾਬ 'ਚ ਬੈਠੇ ਹੀ ਕਰ ਰਹੇ ਆ, ਪਰ ਨਾਲ ਜਿਹੜੇ ਬਹੁਤੇ ਲੋਕ ਉਹ ਇਸ ਗੱਲ ਨੂੰ ਆਪਾਂ ਇੱਕ ਈਜ਼ੀ ਐਗਜ਼ਿਟ ਜਿਹਾ ਬਣਾ ਕੇ ਬੈਠੇ ਆ ਕਿ ਯਾਰ ਸਾਰਾ ਕੁਝ ਸਿਸਟਮ 'ਤੇ ਸਿੱਟ ਦਈਏ
ਸਾਰਾ ਦਾਰੋਮਦਾਰ ਜਿਹੜਾ ਜੀ ਉਹ ਇੱਥੇ ਕਰਕੇ ਤਾਂ ਅਸੀਂ ਬਸ ਬਾਹਰ ਆ ਕੇ ਚਾਹੇ ਜਿੱਦਾਂ ਦਾ ਮਰਜ਼ੀ ਕੰਮ ਕਰ ਲਈਏ, ਜਾਂ ਜਿਵੇਂ ਚੰਨਪ੍ਰੀਤ ਹੋਣਾ ਨੇ ਕਿਹਾ ਵੀ ਜੇ ਸਾਨੂੰ ਓਪਰਚੁਨਿਟੀ ਮਿਲੇ, ਮੌਕੇ ਮਿਲ ਰਿਹਾ ਹੋਣ, ਅਸੀਂ ਉਹਨਾਂ ਨੂੰ ਖੋਜਣ ਵਾਲੇ ਇਸ ਤਰ੍ਹਾਂ ਦੇ ਬੰਦੇ ਘੱਟ ਹੋਣਗੇ ਜਿਹੜੇ ਕਹਿਣ ਕਿ ਇੱਥੋਂ ਵਾਪਸ ਜਾਣ ਲਈ ਵੀ ਰੈਡੀ ਖੜੇ ਆ। ਕੀ ਕਹੋਗੇ? ਨਹੀਂ, ਇਹ ਜੋ ਭਾਈ ਸਾਹਿਬ ਨੇ ਕਿਹਾ ਵਾ ਬਿਲਕੁਲ ਠੀਕ ਆ। ਬਹੁਤ ਲੋਕੀ ਸ਼ਾਇਦ ਵਾਪਸ ਵੀ ਚਲੇ ਜਾਣ। ਮੈਨੂੰ ਪਤਾ ਵੀ ਆ, ਮੈਂ ਇੱਕ ਸੱਜਣ ਨੂੰ ਜਾਣਦਾ ਵਾਂ ਜਿਹੜਾ ਟੋਰਾਂਟੋ 'ਚ ਰਹਿੰਦੇ ਆ, ਉਹ 2 ਸਾਲ ਵਾਸਤੇ ਅੰਮ੍ਰਿਤਸਰ ਚਲੇ ਗਏ, ਪਰ ਅਨਫੋਰਚੂਨੇਟਲੀ ਫਿਰ ਹੁਣ ਵਾਪਸ ਉਹਨਾਂ ਨੂੰ ਇੱਥੇ ਆਉਣਾ ਪਿਆ, ਕਿਉਂਕਿ ਉਹ ਉੱਥੇ ਜਾ ਕੇ ਸ਼ਾਇਦ ਇਹੋ ਜਿਹੀ ਨੌਕਰੀ ਚਾਹੁੰਦੇ ਸੀ ਜਾਂ ਉੱਥੇ ਜੀ ਨਹੀਂ ਲੱਗਾ ਉਹਨਾਂ ਦਾ। ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਉੱਥੇ ਨਾ ਜਿਹੜਾ ਤਾਣਾ ਬਾਣਾ ਬੜਾ ਉਲਝਿਆ ਵਾ ਉੱਥੇ ਪੰਜਾਬ ਦੇ ਵਿੱਚ। ਸੋ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ, ਔਰ ਜਦੋਂ ਸ਼ੁਰੂਆਤ ਹੁੰਦੀ ਆ ਫਿਰ ਉਹਨੂੰ ਦੇਰ ਲੱਗ ਜਾਂਦੀ ਆ, ਔਰ ਅਨਫੋਰਚੂਨੇਟਲੀ ਸ਼ੁਰੂਆਤ ਹੋਈ ਵੀ ਨਹੀਂ। ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ 2017 'ਚ ਬਣਾ ਰਹੇ ਸੀਗੇ, ਉਹਦੇ 'ਚ ਅਸੀਂ ਇਹ ਮੈਨਸ਼ਨ ਕੀਤਾ ਸੀਗਾ ਕਿ ਇੰਨੀਆਂ ਨੌਕਰੀਆਂ ਜਿਹੜੀਆਂ ਜਿੰਨੇ ਵੇਕੈਂਟ ਪੋਸਟ ਆ, ਸਾਨੂੰ ਅਸੀਂ ਕੈਲਕੂਲੇਟ ਕੀਤਾ ਵੀ 1 ਲੱਖ ਦੇ ਕਰੀਬ ਇੱਕ ਵੇਕੈਂਟ ਪੋਸਟ ਸੀਗੀਆਂ ਪੰਜਾਬ ਸਰਕਾਰ ਦੇ ਵਿੱਚ, ਉਹ ਸਾਰੀਆਂ ਭਰਾਂਗੇ। ਫਿਰ ਅਸੀਂ ਇਸ ਗੱਲ ਤੇ ਵੀ ਕੰਮ ਕੀਤਾ ਵੀ ਕਿੰਨੀਆਂ ਹੋਰ ਨਵੀਆਂ ਪੋਸਟਾਂ ਕ੍ਰੀਏਟ ਹੋ ਸਕਦੀਆਂ। ਜਿਵੇਂ ਅਸੀਂ ਕਿਹਾ ਸੀਗਾ ਵੀ ਹਰ ਸਕੂਲ ਦੇ ਵਿੱਚ, ਗਵਰਨਮੈਂਟ ਸਕੂਲ ਦੇ ਵਿੱਚ ਘੱਟੋ ਘੱਟ 3 ਟੀਚਰ ਜ਼ਰੂਰ ਹੋਣਗੇ। ਇਸ ਵੇਲੇ ਕਈ ਥਾਵਾਂ ਤੇ ਇੱਕ ਟੀਚਰ ਹੈ, ਅਸੀਂ ਕਿਹਾ ਘੱਟੋ ਘੱਟ 3 ਹੋਣਗੇ। ਸੋ ਹੋਰ ਨੌਕਰੀਆਂ ਕ੍ਰੀਏਟ ਅਸੀਂ ਕਰਨ ਦੀ ਵੀ ਗੱਲ ਕੀਤੀ, ਔਰ ਨਾਲ ਫਿਰ ਅਸੀਂ ਸਟਾਰਟਅਪ ਦੀ ਵੀ ਗੱਲ ਕੀਤੀ ਕਿ ਜੇ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਵਾ, ਉਹਨੂੰ ਸਟਾਰਟਅਪ ਵਾਸਤੇ ਅਸੀਂ ਕੀ ਸਹੂਲਤ ਦੇਵਾਂਗੇ। ਸੋ ਉਦੋਂ ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਹੀਂ, ਪਰ ਇਹਦੇ ਤੇ ਅਸੀਂ ਕੰਮ ਕੀਤਾ ਸੀ, ਔਰ ਇਹਦੇ ਤੇ ਅਸੀਂ ਬਹੁਤ ਕਈ ਦਿਨ, ਆਲਮੋਸਟ 15-20 ਦਿਨ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਕੇ, ਲੋਕਾਂ ਦੇ ਵਿਚਾਰ ਲੈ ਕੇ ਫਿਰ ਅਸੀਂ ਇਹ ਸਟੂਡੈਂਟਸ ਵਾਸਤੇ ਉਸ ਵੇਲੇ ਦਸਤਾਵੇਜ਼ ਬਣਾਇਆ ਸੀ। ਹੁਣ ਇਹਦੇ 'ਚ ਵੀ ਪ੍ਰੋਮਿਸਿਸ ਤੇ ਹੋਏ ਆ, ਜਿਵੇਂ ਅਕਾਲੀ ਦਲ ਨੇ ਵੀ ਕਿਹਾ ਜੀ ਵੀ 1 ਲੱਖ ਅਸੀਂ ਸਰਕਾਰੀ ਨੌਕਰੀ ਜਿਹੜੀ ਆ ਉਹ ਸਰਕਾਰੀ ਨੌਕਰੀ ਕ੍ਰੀਏਟ ਕਰਾਂਗੇ ਜਾਂ ਭਰਾਂਗੇ। ਇਹੋ ਹੀ ਗੱਲ ਭਾਜਪਾ ਨੇ ਵੀ ਕਹੀ ਆ, ਬਾਕੀ ਪਾਰਟੀਆਂ ਨੇ ਵੀ ਕਿਹਾ ਵਾ। ਪਰ ਜਦੋਂ ਫਾਈਨਲੀ ਫਿਰ ਬਜਟ ਕੰਸਟ੍ਰੇਂਟਸ ਆ ਜਾਂਦੀਆਂ ਵਾ, ਉਦੋਂ ਫਿਰ ਇਹ ਕੰਮ ਨਹੀਂ ਹੁੰਦੇ। ਪਰ ਗੱਲ ਬਿਲਕੁਲ ਸਹੀ ਆ ਕਿ ਇਹਦੇ ਤੇ ਸ਼ੁਰੂਆਤ ਕੀਤੀ ਜਾ ਸਕਦੀ ਹੈ, ਔਰ ਜੇ ਕੋਈ ਚੰਗੀ ਹੈਂਡਸ ਔਨ ਸਰਕਾਰ ਹੋਵੇ ਤੇ ਇੱਕ ਸ਼ੁਰੂਆਤ ਸ਼ੁਰੂ ਹੋਵੇ ਤੇ ਪ੍ਰੋਸੈਸ ਜਿਹੜਾ ਵਾ ਉਹ ਹੌਲੀ ਹੌਲੀ ਰਿਵਰਸ ਹੋ ਸਕਦਾ ਵਾ। ਜੇ ਨਹੀਂ ਵੀ ਰਿਵਰਸ ਹੁੰਦਾ ਤੇ ਫਿਰ ਪੜ੍ਹੇ ਲਿਖੇ ਸਾਡੇ ਨੌਜਵਾਨ ਜਿਹੜੇ ਨੇ ਉਹ ਬੈਟਰ ਨੌਕਰੀ ਵਾਸਤੇ ਬਾਹਰ ਆਉਣਗੇ। ਇਸ ਕਰਕੇ ਨਹੀਂ ਬਾਹਰ ਆਉਣਗੇ ਕਿ ਉਹਨਾਂ ਨੂੰ ਉੱਥੇ ਨੌਕਰੀ ਮਿਲਦੀ ਨਹੀਂ ਤੇ ਇੱਥੇ ਆ ਕੇ ਕੁਝ ਵੀ ਕਰ ਲੈਣਗੇ ਜੀ। ਠੀਕ ਹੈ ਜੀ। ਸੋ ਚੱਲਦੇ ਹਾਂ ਜੀ ਸਾਡੇ ਅਗਲੇ ਕਾਲਰ ਦੇ ਕੋਲ, ਦੇਖਦੇ ਕੌਣ ਨੇ। 2530 ਨੰਬਰ। ਹਾਂਜੀ, ਕੀ ਸ਼ੁਭ ਨਾਮ ਹੈ ਜੀ ਤੁਹਾਡਾ? ਮੇਰਾ ਤਰਲੋਚਨ ਸਿੰਘ ਹੈ ਜੀ। ਹਾਂਜੀ, ਤਰਲੋਚਨ ਸਿੰਘ ਜੀ। ਹਾਂਜੀ, ਮੈਂ ਕਿਹਾ ਇਹ ਗੱਲ ਕਰਨੀ ਚਾਹੁੰਦਾ। ਮੈਂ ਕਿਹਾ ਜਿੱਦਾਂ ਹੁਣ ਕਹਿੰਦੇ ਬਾਹਰ ਆ ਜਾਣਾ, ਸਾਰੇ ਸਟੂਡੈਂਟ ਬਾਹਰ ਭੇਜ ਦੇਣਾ, ਫਿਰ ਉੱਥੇ ਕੌਣ ਰਹੂਗਾ? ਫਿਰ ਸਕੂਲ ਕਾਲਜ ਇੱਦਾਂ ਸਾਰੇ ਕੁਝ ਬੰਦ ਨਾ ਹੋ ਜਾਊਗਾ? ਫਿਰ ਨਾ ਕੋਈ ਡਾਕਟਰ ਬਣੂ, ਨਾ ਕੋਈ ਇੰਜੀਨੀਅਰ ਬਣੂਗੇ, ਸਾਰੇ ਲੋਕ ਬਾਹਰ ਹੀ ਰਹਿ ਗਏ। ਫਿਰ ਉੱਥੇ ਇਲਾਜ ਕਿੱਦਾਂ ਚੱਲੂ? ਹੌਸਪੀਟਲਾਂ 'ਚ ਡਾਕਟਰ ਕਿੱਥੋਂ ਮਿਲੂਗੇ? ਤੇ ਬਾਕੀ ਸਕੂਲਾਂ 'ਚ ਟੀਚਰ ਕਿੱਥੋਂ ਮਿਲੂਗੇ? ਤੇ ਬਾਕੀ ਇੰਜੀਨੀਅਰ ਜੱਜ ਕੌਣ ਬਣੂਗਾ? ਤੇ ਸਾਰੇ ਚਾਈਨਾ ਤੋਂ ਹੀ ਮੰਗਾਉਣੇ ਪਿਆ ਕਰੂਗੇ ਜੀ। ਤੇ ਫਿਰ ਉੱਥੇ ਕੋਈ ਰਿਹਾ ਹੀ ਨਾ। ਉੱਥੇ ਇਹਨੂੰ ਤਾਂ ਇੱਦਾਂ ਚਾਹੀਦਾ ਵੀ ਲੋਕ ਚਲੋ ਵੀ ਤੁਹਾਨੂੰ ਪੜ੍ਹਾਈ ਕਰਕੇ ਇੱਥੇ ਸਿਸਟਮ ਖੋਲਾਂਗੇ, ਵੀ ਹਸਪਤਾਲ ਜੀ, ਸਕੂਲ ਚੰਗੇ ਸਾਰੇ ਬਣਾਵਾਂਗੇ, ਫੈਕਟਰੀਆਂ ਲਾਵਾਂਗੇ, ਫਿਰ ਤੁਹਾਨੂੰ ਇੱਥੇ ਚੰਗੀਆਂ ਤਨਖਾਹਾਂ ਮਿਲੂਗੀਆਂ ਚਲੋ ਬਾਹਰ ਦੇ ਬਰਾਬਰ ਜਾਂ ਕਿੱਦਾਂ ਵੀ। ਫਿਰ ਆਪ ਹੀ ਲੋਕ ਉੱਥੇ ਸੈੱਟ ਹੋਣਗੇ ਜਾ ਕੇ। ਹੁਣ ਜਿੱਦਾਂ ਕਈ ਜਾਂਦੇ ਆ ਉੱਥੇ ਵੀ, ਤਾਂ ਹੁਣ ਜਿੱਦਾਂ ਦੇਖ ਲਓ ਉੱਥੇ ਹੁਣ ਦੇਖੀ ਦਾ ਜਦੋਂ ਪੰਜਾਬ ਜਾ ਜਿੱਦਾਂ ਬੈਂਕਾਂ 'ਚ ਵੀ ਬਾਹਰਲੇ ਲੋਕ ਆਏ ਹੋ ਆ, ਹੋਰ ਦਫ਼ਤਰਾਂ 'ਚ ਵੀ ਬਾਹਰਲੇ ਲੋਕ ਆਏ ਹੋ ਆ। ਇਸ ਤਰ੍ਹਾਂ ਤਾਂ ਬਾਹਰਲੇ ਤੇ ਡਿਪੈਂਡ ਹੋ ਜਾਊਗਾ। ਪੰਜਾਬ ਤਾਂ ਫਿਰ ਕੋਈ ਵੀ ਨਹੀਂ ਪੰਜਾਬ ਦਾ ਬਣੂਗਾ। ਸਭ ਇਹ ਇੰਪੋਰਟੈਂਟ ਸਵਾਲ ਹੈ ਜੀ। ਬੜੀ ਮਿਹਰਬਾਨੀ ਸਰ, ਥੈਂਕ ਯੂ। ਇੱਕ ਜੇ ਸਕੂਲਸ ਜਾਂ ਖਾਸ ਤੌਰ ਤੇ ਜਿਹੜੇ ਹਾਇਰ ਐਜੂਕੇਸ਼ਨ ਦੀ ਗੱਲ ਕਰੀਏ, ਕਾਲਜਿਸ ਦੀ, ਯੂਨੀਵਰਸਿਟੀਜ਼ ਦੀ ਗੱਲ ਕਰੀਏ, ਤਾਂ ਮੇਰੀ ਵੀ ਜਦੋਂ ਕਿਤੇ ਕਿਸੇ ਨਾਲ ਗੱਲ ਹੁੰਦੀ ਹੈ ਤਾਂ ਉੱਥੇ ਕਹਿੰਦੇ ਵੀ ਯਾਰ ਬਈ ਘੁੱਗੀਆਂ ਕਬੂਤਰਾਂ ਨੇ ਡੇਰੇ ਪਾ ਲੈਣੇ। ਬਹੁਤ ਸਾਰੇ ਜਿਹੜੇ ਕਾਲਜ ਯੂਨੀਵਰਸਿਟੀਜ਼ ਨੇ ਉੱਥੇ ਕੁਝ ਖਾਸ ਜਿਹੜੇ ਡਿਪਾਰਟਮੈਂਟਸ ਨੇ ਉਹ ਖਾਲੀ ਪਏ ਨੇ। ਉੱਥੇ ਕੋਈ MA ਕਰਨ ਲਈ ਜਾਂ ਖਾਸ ਤਰ੍ਹਾਂ ਦੇ ਜਿਹੜੇ ਕੋਰਸਿਸ ਨੂੰ ਕਰਨ ਦੇ ਲਈ ਉੱਥੇ ਇੱਕ ਸਿੰਗਲ ਸਟੂਡੈਂਟ ਵੀ ਨਹੀਂ ਪਹੁੰਚਦਾ ਕਈ ਵਾਰ। ਕਿੰਨੀ ਕੁ ਵੱਡੀ ਚਿੰਤਾ ਹੈ ਜੀ ਇਹ? ਬਹੁਤ ਵੱਡੀ ਚਿੰਤਾ ਜੀ। ਇਨਫੈਕਟ ਤੁਸੀਂ ਹੈਰਾਨ ਹੋ ਗਏ ਕਿ ਪਿਛਲੇ ਪਤਾ ਨਹੀਂ ਕਿੰਨੇ ਸਾਲਾਂ ਤੋਂ, ਕਈ ਦਹਾਕਿਆਂ ਤੋਂ ਜਿਹੜੇ ਗਵਰਨਮੈਂਟ ਕਾਲਜਿਸ ਆ ਉੱਥੋਂ ਦੇ ਜਿਹੜੀਆਂ ਵੈਕੈਂਸੀਜ਼ ਆ ਉਹ ਭਰੀਆਂ ਨਹੀਂ ਗਈਆਂ। ਉੱਥੇ ਗੈਸਟ ਲੈਕਚਰਰਸ ਦੇ ਹਿਸਾਬ ਨਾਲ ਹੀ ਸਿਸਟਮ ਚੱਲ ਰਿਹਾ ਵਾ। ਔਰ ਜਦੋਂ ਗੈਸਟ ਲੈਕਚਰਰ ਹੁੰਦੇ ਆ ਫਿਰ ਓਬਵੀਅਸਲੀ ਫਿਰ ਸਟੂਡੈਂਟਸ ਜਿਹੜੇ ਆ ਉਹ ਹੌਲੀ ਹੌਲੀ ਉਹਨਾਂ ਦੀ ਕੁਆਲਿਟੀ ਘੱਟ ਜਾਂਦੀ ਆ। ਫਿਰ ਕਈ ਕੋਰਸਿਸ ਦੇ ਸਟੂਡੈਂਟਸ ਆਉਂਦੇ ਹੀ ਨਹੀਂ ਗੇ। ਲੇਕਿਨ ਜਿਹੜੇ ਭਾਈ ਸਾਹਿਬ ਨੇ ਕੰਸਰਨ ਸ਼ੋ ਕੀਤਾ ਬਿਲਕੁਲ ਠੀਕ ਹੈ। ਸ਼ਾਇਦ ਇਸੇ ਹੀ ਕੰਸਰਨ ਦੇ ਮੱਦੇਨਜ਼ਰ 2-3 ਮੈਨੀਫੈਸਟੋ ਦੇ ਵਿੱਚ ਜ਼ਿਕਰ ਆ ਕਿ 75% ਜਿਹੜੇ ਜੌਬਸ ਆ, ਕੋਟਾ ਜਿਹੜਾ ਵਾ ਉਹ ਪੰਜਾਬੀਆਂ ਵਾਸਤੇ ਹੁਣ ਰਿਜ਼ਰਵ ਕੀਤਾ ਜਾਊਗਾ ਗਵਰਨਮੈਂਟ ਤੇ ਪ੍ਰਾਈਵੇਟ ਜੌਬਸ ਦੇ ਵਿੱਚ। ਇੱਕ ਅੱਧੀ ਪਾਰਟੀ ਨੇ ਸ਼ਾਇਦ ਇਹ ਵੀ ਕਿਹਾ ਵਾ ਕਿ 33% ਰਿਜ਼ਰਵੇਸ਼ਨ ਜਿਹੜੇ ਸਟੂਡੈਂਟ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਆ ਨੌਕਰੀਆਂ ਦੇ ਵਿੱਚ, ਉਹਨਾਂ ਵਾਸਤੇ ਵੀ ਹੋਊਗੀ। ਸੋ ਕੰਸਰਨ ਹੁਣ ਹੌਲੀ ਹੌਲੀ ਹੋ ਰਿਹਾ ਵਾ ਉੱਥੇ। ਔਰ ਪਿਛਲੇ ਕੁਝ ਸਾਲਾਂ ਦੇ ਵਿੱਚ ਗਵਰਨਮੈਂਟ ਹਸਪੀਟਲਸ ਔਰ ਗਵਰਨਮੈਂਟ ਸਕੂਲਸ ਦੀ ਬਹੁਤ ਬੁਰੀ ਹਾਲਤ ਹੋ ਗਈ ਸੀ। ਇਹਦੇ ਵਾਸਤੇ ਸਰਕਾਰਾਂ ਆਪ ਹੀ ਜ਼ਿੰਮੇਵਾਰ ਸੀ।
ਮੈਂ ਤੇ ਕਈ ਦੇਰ ਤੋਂ ਕਹਿੰਦਾ ਆਇਆ ਵਾਂ ਵੀ ਹੁਣ ਜਿਹੜੀ ਇਲਾਜ ਆ, ਜਿਵੇਂ ਭਾਵੇਂ ਅਫਸਰ ਆ, ਭਾਵੇਂ MLAs ਆ, ਭਾਵੇਂ ਮੰਤਰੀ ਆ, ਉਹਨਾਂ ਦਾ ਇਲਾਜ ਜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਹੋਵੇ ਤੇ ਉਹ ਰੀਇੰਬਰਸ ਹੋ ਜਾਂਦਾ। ਜੇ ਇਹੋ ਹੀ ਲਾਜ਼ਮੀ ਕਰਦਾ ਜਾਵੇ ਵੀ ਤੁਸੀਂ ਇਲਾਜ ਸਿਰਫ ਸਰਕਾਰੀ ਹਸਪਤਾਲ 'ਚ ਕਰੋਗੇ ਔਰ ਸਰਕਾਰੀ ਹਸਪਤਾਲਾਂ 'ਚ ਕੰਡੀਸ਼ਨਸ ਕ੍ਰੀਏਟ ਕੀਤੀਆਂ ਜਾਣ, ਉੱਥੇ ਉਹ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਜਾਣ, ਤੇ ਆਟੋਮੈਟਿਕਲੀ ਫਿਰ ਸਰਕਾਰੀ ਹਸਪਤਾਲ ਵੀ ਚੱਲ ਪੈਣਗੇ ਔਰ ਇਹੋ ਹੀ ਚੀਜ਼ ਸਰਕਾਰੀ ਸਕੂਲਾਂ ਬਾਰੇ ਵੀ ਕੀਤੀ ਜਾ ਸਕਦੀ ਹੈ। ਸੋ ਇਸ ਕਰਕੇ ਇਸ ਦਿਸ਼ਾ ਵੱਲ ਨੂੰ ਵਧਣ ਦੀ ਲੋੜ ਆ ਔਰ ਜੇ ਕੋਈ ਪਾਰਟੀ ਇਹ ਕਰਨਾ ਚਾਹਵੇ ਤੇ ਕਰ ਸਕਦੀ ਆ। ਕੋਈ ਇੰਨੀ ਬਜਟ ਵੀ ਘੱਟ ਨਹੀਂ ਗਈ ਕਿ ਨਵੀਆਂ ਨੌਕਰੀਆਂ ਨਹੀਂ ਕ੍ਰੀਏਟ ਹੋ ਸਕਦੀਆਂ ਜਾਂ ਵੇਕੈਂਸੀਜ਼ ਨਹੀਂ ਭਰੀਆਂ ਜਾ ਸਕਦੀਆਂ। ਇਹ ਸਭ ਕੁਝ ਹੋ ਸਕਦਾ। ਬਾਕੀ ਤੁਸੀਂ ਇੱਕ ਹਰਜਿੰਦਰ ਪਿਛਲੇ ਬ੍ਰੇਕ ਤੋਂ ਪਹਿਲਾਂ ਤੁਸੀਂ ਇੱਕ ਸਵਾਲ ਪੁੱਛਿਆ ਸੀ ਕਿ ਇਹ ਜਿਹੜਾ ਮੈਨੀਫੈਸਟੋ ਆ ਇਹ ਕਾਨੂੰਨੀ ਦਸਤਾਵੇਜ਼ ਬਣ ਸਕਦਾ। ਹਾਂਜੀ, ਔਰ ਇਹਦੇ ਬਾਰੇ ਕਾਫੀ ਸੋਚ ਵਿਚਾਰ ਹੋ ਵੀ ਰਿਹਾ ਵਾ। ਇਲੈਕਸ਼ਨ ਕਮਿਸ਼ਨ ਕੋਲ ਰਿਪਰੈਜ਼ੈਂਟੇਸ਼ਨਸ ਵੀ ਇਸ ਬਾਰੇ ਗਈਆਂ ਵਾ। ਮੈਂ ਤੇ ਇਹ ਵੀ ਕਹੂੰਗਾ ਕਿ ਇਹ ਵੀ ਲਾਜ਼ਮੀ ਕੀਤਾ ਜਾ ਸਕਦਾ ਵਾ, ਵਿਧਾਨ ਸਭਾ ਦੇ ਰੂਲਸ ਦੇ ਵਿੱਚ ਸੋਧ ਕਰਕੇ ਲਾਜ਼ਮੀ ਕੀਤਾ ਜਾ ਸਕਦਾ ਕਿ ਜਿਵੇਂ ਹਰ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਹੁੰਦਾ ਉਹ ਸ਼ੁਰੂ ਹੁੰਦਾ ਵਾ ਰਾਜਪਾਲ ਦੇ ਭਾਸ਼ਣ ਦੇ ਨਾਲ। ਰਾਜਪਾਲ ਦੇ ਭਾਸ਼ਣ ਤੋਂ ਬਾਅਦ ਹਰ ਜਿਹੜੀ ਗਵਰਨਮੈਂਟ ਆ ਉਹ ਆਪਣੀ ਸਟੇਟਮੈਂਟ ਦਊਗੀ ਕਿ ਸਾਡੇ ਮੈਨੀਫੈਸਟੋ 'ਚ ਕਿੰਨੇ ਵਾਅਦੇ ਸੀ, ਅਸੀਂ ਇਸ ਸਾਲ ਕਿੰਨੇ ਪੂਰੇ ਕਰਤੇ ਤੇ ਅਗਲੇ ਸਾਲ ਕਿਹੜੇ ਵਾਅਦੇ ਅਸੀਂ ਪੂਰੇ ਕਰਨ ਜਾ ਰਹੇ ਹਾਂ ਤੇ ਉਹਨਾਂ ਤੇ ਪੈਸਾ ਕਿੱਥੋਂ ਆਊਗਾ, ਤਾਂ ਕਿ ਸਰਕਾਰਾਂ ਜਿਹੜੀਆਂ ਵਾ ਉਹ ਆਪਣੇ ਆਪ ਨੂੰ ਔਰ ਲੋਕਾਂ ਨੂੰ ਜਵਾਬਦੇਹੀ ਹੋਣ। ਇਸ ਤਰ੍ਹਾਂ ਦਾ ਸਿਸਟਮ ਵੀ ਬਣ ਸਕਦਾ। ਜੀ ਬਿਲਕੁਲ, ਇਹ ਵੈਸੇ ਸਹੀ ਗੱਲ ਹੈ ਸੰਧੂ ਸਾਹਿਬ। ਦੇਖੋ ਕਿੰਨੀ ਇਹ ਤਰਾਸਦੀ ਹੈ ਲੋਕਾਂ ਦੇ ਲਈ। ਇਕੱਲੇ ਚਲੋ ਆਪਾਂ ਪੰਜਾਬ ਦੀ ਨਹੀਂ ਗੱਲ ਕਰਦੇ, ਜਿੱਥੇ ਵੀ ਸਿਆਸਤ ਖੇਡੀ ਜਾਂਦੀ ਹੈ ਦੇਖੋ ਕਿੱਦਾਂ ਦਬੰਗਬਾਜ਼ੀ ਮਾਰ ਕੇ, ਕਿੱਦਾਂ ਖੋਖਲੇ ਵਾਅਦੇ ਕਰਕੇ ਲੋਕਾਂ ਨੂੰ ਭਰਮਾ ਕੇ ਉਹਨਾਂ ਦੀਆਂ ਵੋਟਸ ਲੈ ਕੇ ਸਰਕਾਰਾਂ ਬਣਾ ਲਈਆਂ ਜਾਂਦੀਆਂ ਨੇ ਤੇ ਬਾਅਦ ਵਿੱਚ ਫਿਰ ਤੁਸੀਂ ਕੌਣ ਤੇ ਅਸੀਂ ਕੌਣ। ਬਿਲਕੁਲ ਜੀ, ਆਪਾਂ ਨੈਕਸਟ ਕਾਲਰ ਚੱਲਦੇ। ਮੈਂ ਦੋਸਤੋ ਬੇਨਤੀ ਕਰਦਾ, ਹੁਣ 4 ਕਾਲਰ ਨੇ ਸਾਡੇ ਇਸ ਵੇਲੇ। ਮੁਕੇਸ਼ ਜੀ ਨੇ, ਫਿਰ ਉਸ ਤੋਂ ਬਾਅਦ 8747, ਦੈਨ ਚੰਨਪ੍ਰੀਤ ਹੋਰੀ ਤੇ ਦੈਨ 4443। ਬਸ ਇਹੀ 4 ਕਾਲਸ ਲੈ ਕੇ ਤੇ ਫਿਰ ਅਸੀਂ ਸਮਾਪਤ ਕਰ ਦਿਆਂਗੇ। ਹਾਂਜੀ ਮੁਕੇਸ਼ ਜੀ, ਤੁਸੀਂ ਆਉਂਦੇ ਹੋ ਜੀ। ਹਾਂਜੀ ਮੁਕੇਸ਼ ਜੀ, ਸੌਰੀ ਮੁਕੇਸ਼ ਨਹੀਂ ਜੀ, ਮੁਕਰ ਬਲਰਾਜ। ਮੈਂ ਗਿਆਨ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਮਾਈ ਡੀਅਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਤੁਸੀਂ ਆਉਂਦੇ ਹੋ। ਪ੍ਰੋਗਰਾਮ ਸੁਣ ਰਿਹਾ ਹਾਂ, ਬੜਾ ਦਿਲਚਸਪ ਪ੍ਰੋਗਰਾਮ ਹੈ ਜੀ। ਤੇ ਗੱਲ ਹੈ ਜੀ 69, 70, 75 ਤੇ ਗਿਆਨੀ ਜੈਲ ਸਿੰਘ ਦੀ ਮਿਨਿਸਟਰੀ ਵੇਲੇ ਸਰਕਾਰ ਸਰਵਿਸ ਆਮ ਹੀ ਮਿਲਦੀਆਂ ਸੀ ਜੀ। ਜਿਹੜਾ ਬੰਦਾ ਸਰਵਿਸ ਕਰਦਾ ਸੀ ਅਪਲਾਈਮੈਂਟ 'ਚ ਦਰਜ ਕਰਾਉਂਦਾ ਸੀ, ਨੋ ਅਪਲਾਈਮੈਂਟ ਚੇਂਜ ਆ ਰਹੀ ਨੌਕਰੀ ਮਿਲਦੀ ਸੀ। ਠੀਕ ਹੈ ਜੇ ਉਸ ਤਰ੍ਹਾਂ ਦੀ ਨੌਕਰੀ ਉਸ ਸਮੇਂ 'ਚ ਸਾਰੇ ਜਿਹੜੇ ਬੱਚੇ B.Ed ਕਰਦਾ, ਕੋਈ ਟੀਚਰ ਆ, ਕੋਈ ਹੋਰ ਡਿਪਾਰਟਮੈਂਟ ਦੇ ਬੰਦੇ ਆ, ਜੋ ਉਦੋਂ ਨੌਕਰੀਆਂ ਮਿਲਦੀਆਂ ਸੀ। ਲੋਕ ਬਾਹਰ ਆਉਣ ਨੂੰ ਕੋਈ ਦਿਲਚਸਪੀ ਨਹੀਂ ਸੀ ਰੱਖਦੇ ਉਸ ਸਮੇਂ ਕੋਈ ਵੀ। ਕਿਉਂ? ਨੌਜਵਾਨ ਵਰਗ ਜਿਹੜਾ ਵੀ ਕੋਈ ਕੋਰਸ ਕਰਦਾ ਉਹਨੂੰ ਛੇਤੀ ਨੌਕਰੀ ਮਿਲ ਜਾਂਦੀ ਸੀ। ਠੀਕ ਹੈ ਜੀ। ਉਦੋਂ ਬਾਅਦ ਜਿਹੜੀ ਸਰਕਾਰ ਬਦਲ ਕੇ ਕਾਂਗਰਸ ਸਰਕਾਰ, ਅਕਾਲੀ ਸਰਕਾਰ ਹੈ ਜੀ, ਇਹਨਾਂ ਨੇ ਸਾਰੀਆਂ ਸਰਵਿਸਾਂ ਆਪਦੇ ਹੱਥ 'ਚ ਲੈ ਲਈਆਂ ਜੀ। ਪਾਵਰਾਂ ਜਿੰਨੀਆਂ ਲੈ ਲਈਆਂ। ਜਦੋਂ DC ਸੀ ਨਾ, DC ਨੇ ਕਲਰਕ ਰੱਖੇ ਹੁੰਦੇ, DC ਕੋਲ ਪਾਵਰ ਸੀ, ਉਹ ਕਲਰਕ ਭਰਤੀ ਕਰ ਸਕਦਾ ਸੀ ਜੀ। ਜੇ ਸੈਸ਼ਨ ਕੋਰਟ ਦੇ ਵਿੱਚ ਜੇ ਕਲਰਕਾਂ ਦੀ ਪਾਵਰ ਦਾ ਸੈਸ਼ਨ ਕੋਰਟ ਨੂੰ ਪਾਵਰ ਸੀ, ਉਹ ਆਪ ਭਰਤੀ ਕਰ ਸਕਦੇ। ਸਰਵਿਸਾਂ ਬੰਦ ਹੋਣ ਦੇ ਕਾਰਨ ਲੋਕੀ ਪੜ੍ਹੇ ਲਿਖੇ ਜੀ ਬਾਹਰੋਂ ਨਿਕਲੇ ਆ ਜੀ, ਹੋਰ ਕੋਈ ਕਾਰਨ ਨਹੀਂ ਹੈ। ਠੀਕ ਹੈ ਜੀ, ਬਹੁਤ ਮਿਹਰਬਾਨੀ ਸਰ, ਧੰਨਵਾਦ। ਸਰਕਾਰਾਂ ਚੰਗੀਆਂ ਹੋਣ ਤਾਂ ਜੇ ਲੋਕਾਂ ਨੂੰ ਸਰਵਿਸਾਂ ਦੇਣ, ਬੱਚਿਆਂ ਨੂੰ, ਜਿਹੜੇ ਬੱਚੇ ਪੜ੍ਹ ਜਾਂਦੇ ਤੇ ਬਿਲਕੁਲ ਬਾਹਰ ਆਉਣ ਨੂੰ ਕੋਈ ਮੂੰਹ ਨਾ ਕਰੇ। ਮੈਂ ਤੁਹਾਨੂੰ ਦੱਸਾਂ ਜੀ ਇੱਥੇ ਇੰਨੀ ਕ੍ਰਿਟੀਕਲ ਲਾਈਫ ਆ। ਠੀਕ ਹੈ ਸਰ। ਜਿਹੜੀ ਗੱਲ ਹੈ ਆ, ਜਿਹੜੀ ਸਰਕਾਰਾਂ ਕੀ ਕੁਛ ਨਹੀਂ ਕਰ ਸਕਦੀ। ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਹੁੰਦੀਆਂ, ਪਰ ਸਰਕਾਰਾਂ ਹੁਣ ਐ ਨਾ ਵੀ ਜਿਹੜੀਆਂ ਰਾਜ ਪਾਰਟੀਆਂ ਨੇ ਵੀ ਇਹ ਹੁਣ ਇੰਨਾ ਪੰਜਾਬ ਦੇ ਵਿੱਚ ਮਤਲਬ ਪਰੇਸ਼ਾਨੀ ਹੋ ਗਈ ਕਿ ਲੋਕਾਂ ਇਹਨਾਂ ਸਰਕਾਰਾਂ ਨੇ ਆਪਦੇ ਤਾਂ ਭੱਤੇ, ਆਪਦੀਆਂ ਸਰਕਾਰਾਂ ਨੇ MLA ਮਿਨਿਸਟਰ ਤਾਂ ਜ਼ਿਆਦਾ ਵਧਾ ਦੇ ਜੀ, ਪਰ ਸਰਕਾਰਾਂ ਨੇ ਪਬਲਿਕ ਦੇ ਬੱਚਿਆਂ ਬਾਰੇ ਕੋਈ ਸੋਚਿਆ ਨਹੀਂ ਕਰਕੇ ਤਾਂ ਬੱਚੇ ਸਾਰੇ ਬਾਹਰ ਨੂੰ ਭੱਜ ਰਹੇ ਨੇ। ਜੀ ਜੀ, ਠੀਕ ਹੈ ਸਰ, ਬਹੁਤ ਧੰਨਵਾਦ ਜੀ, ਸ਼ੁਕਰੀਆ। ਮੈਨੂੰ ਵੀ ਬਹੁਤ ਦੁੱਖ ਆ ਵੀ ਬੱਚੇ ਪੜ੍ਹੇ ਲਿਖੇ ਆ ਕੇ ਇੱਥੇ ਕਿਹੋ ਜਿਹਾ ਕੰਮ ਕਰਦੇ ਆ। ਸਰਕਾਰਾਂ ਨੌਕਰੀਆਂ ਨਹੀਂ ਦਿੰਦੀਆਂ, ਮਰਦਾ ਕੀ ਨਹੀਂ ਕਰਦਾ ਬੰਦਾ। ਮੈਂ ਤੁਹਾਡਾ ਟੌਪਿਕ ਸੁਣ ਕੇ ਮੈਨੂੰ ਬੜਾ ਫੀਲਿੰਗ ਹੁੰਦੀ ਹੈ ਚੀਜ਼ ਦੀ। ਠੀਕ ਹੈ ਸਰ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਜੀ, ਧੰਨਵਾਦ ਜੀ। ਆਪਾਂ ਕਮੈਂਟ ਲੈ ਲੈਂਦੇ ਜੀ ਸੰਧੂ ਸਾਹਿਬ ਦੇ ਕੀ ਕਹਿੰਦੇ ਨੇ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਾਂਜੀ ਸੰਧੂ ਸਾਹਿਬ, ਤੁਸੀਂ ਕੀ ਕਹੋਗੇ? ਇਹਨਾਂ ਨੇ ਜੋ ਪੁਆਇੰਟ ਰੱਖਿਆ, ਵੈਸੇ ਤਾਂ ਆਪਾਂ ਆਲਮੋਸਟ ਉਹੀ ਚੀਜ਼ ਕਵਰ ਕੀਤੀ ਹੈ ਪਹਿਲਾਂ ਵੀ ਜੀ। ਇਹ ਠੀਕ ਹੈ ਗੱਲ ਕਿ ਅੱਜ ਤੋਂ ਕਰੀਬ 30-40 ਸਾਲ ਪਹਿਲਾਂ ਇਹੋ ਜਿਹੀਆਂ ਦਿੱਕਤਾਂ ਨਹੀਂ ਸੀ ਹੁੰਦੀਆਂ, ਨੌਕਰੀਆਂ ਮਿਲ ਜਾਂਦੀਆਂ ਸੀ ਜੇ ਕੋਈ ਕੋਸ਼ਿਸ਼ ਕਰਦਾ ਸੀਗਾ। ਇੱਕ ਤੇ ਥੋੜਾ ਜਿਹਾ ਹੋਇਆ ਕਿ ਐਜੂਕੇਸ਼ਨ ਲੈਵਲ ਵੱਧ ਗਿਆ, ਆਬਾਦੀ ਵੱਧ ਗਈ ਔਰ ਪ੍ਰਪੋਰਸ਼ਨੇਟ ਇਨਕਰੀਜ਼ ਨੌਕਰੀਆਂ ਦੇ ਵਿੱਚ ਨਹੀਂ ਹੋਈ।
ਔਰ ਨਾਲ ਜਿਹੜਾ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਜਿਹੜਾ ਵਾ PPP ਮਾਡਲ ਜਿਹੜਾ ਵਾ ਸੜਕਾਂ ਬਣਾਉਣ 'ਚ ਜਾਂ ਹੋਰ ਚੀਜ਼ਾਂ ਦੇ ਵਿੱਚ ਉਹ ਲੈਣ ਦਾ ਗਿਆ, ਉਹਦੇ ਨਾਲ ਫਿਰ ਨੌਕਰੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜਾ ਵਾਧਾ ਹੋਣਾ ਸੀ ਉਹ ਨਹੀਂ ਹੋਇਆ। ਸੋ ਇਸ ਤਰ੍ਹਾਂ ਦੀਆਂ ਦਿੱਕਤਾਂ ਵਾ ਮੇਰੇ ਖਿਆਲ ਬੜੀ ਲੌਪਸਾਈਡਡ ਜੀ ਡਿਵੈਲਪਮੈਂਟ ਹੋਈ ਆ ਔਰ ਉਹਦੇ ਕਰਕੇ ਬੇਰੁਜ਼ਗਾਰੀ ਜਿਹੜੀ ਆ ਉਹ ਵਧੀ ਆ ਔਰ ਇਹਨੂੰ ਇੱਕ ਪ੍ਰੋਪਰ ਕਮੇਟੀ ਬਣਾ ਕੇ ਇਹਨੂੰ ਰਿਵਰਸ ਕਰਨ ਦੀ ਡੈਫੀਨਿਟਲੀ ਲੋੜ ਹੈ ਹਰਜਿੰਦਰ। ਠੀਕ ਹੈ ਜੀ। ਨੈਕਸਟ ਕਾਲਰ ਸਾਡੇ ਹੈਗੇ ਨੇ ਜੀ 8747, ਪਲੀਜ਼ ਬਹੁਤ ਛੋਟੀ ਰੱਖਿਓ ਜੀ ਗੱਲਬਾਤ। ਹਾਂਜੀ, ਕੌਣ ਸਾਹਿਬ ਬੋਲ ਰਹੇ ਨੇ ਜੀ? ਸਤਿ ਸ੍ਰੀ ਅਕਾਲ ਜੀ, ਮੈਂ ਮਲਕੀਤ ਸਿੰਘ ਬੋਲ ਰਿਹਾ ਜੀ। ਜੀ ਮਲਕੀਤ ਸਿੰਘ ਜੀ। ਕਾਮਲ ਸਾਹਿਬ ਸਤਿ ਸ੍ਰੀ ਅਕਾਲ, ਸਿੱਧੂ ਸਾਹਿਬ ਆਪਣੇ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਮੈਂ ਬੇਨਤੀ ਇੰਨੀ ਕਰਨੀ ਹੈ ਕਿ 1917 ਦੀਆਂ 2017 ਦੀ ਇਲੈਕਸ਼ਨ ਹੰਢਾਈ ਹੈ, ਹੁਣ ਬਹੁਤ ਨੇੜੇ ਹੈ ਇਲੈਕਸ਼ਨ। ਇਹ ਹੁਣ ਆਪਣਾ ਕੀ ਵੇਵ ਚੱਲ ਰਹੀ ਹੈ, ਕੀ ਇਹਨਾਂ ਦੇ ਰਿਜ਼ਲਟ ਆ ਰਹੇ, ਕਿਹੜੀ ਪਾਰਟੀ ਅੱਗੇ ਜਾ ਰਹੀ ਹੈ, ਇਹਦੇ ਬਾਰੇ ਆਪਣਾ ਐਨਾਲਿਸਿਸ ਕਰ ਸਕਣ। ਇਦੋਂ ਵੱਧ ਸੌਖੀ ਕੋਈ ਨਹੀਂ ਹੈਗੀ, ਹੁਣ ਕਰ ਸਕਦੇ ਨੇ ਕਿ ਇਦੋਂ ਲੇਟ ਤਾਂ ਫਿਰ ਕੀ ਉਹ ਤਾਂ ਦੱਸ ਨੂੰ ਤਾਂ ਪਤਾ ਹੀ ਹੈ ਜੋ ਰਿਜ਼ਲਟ ਹੋਣੇ ਨੇ। ਅੱਜ ਕੀ ਸੰਦਲ ਕਰ ਰਹੇ ਨੇ। ਬਹੁਤ ਮਿਹਰਬਾਨੀ ਸਰ, ਥੈਂਕ ਯੂ। ਡੈਫੀਨਿਟਲੀ ਅਸੀਂ ਵੀ ਚਾਹੁੰਦੇ ਸੀ ਜ਼ਰੂਰ, ਕਿਉਂਕਿ ਇਹ ਬੜੇ ਕਰੂਸ਼ੀਅਲ ਦਿਨ ਹੁੰਦੇ ਨੇ ਜਿਹੜੇ ਹੁਣ ਆਖਰੀ 3-4-5 ਦਿਨ ਹੋਣੇ ਆ ਤੇ ਸੰਧੂ ਸਾਹਿਬ ਇਕੁਏਸ਼ਨਸ ਕਾਫੀ ਚੇਂਜ ਹੋਣੀਆਂ। ਇਸ ਤੋਂ ਪਹਿਲਾਂ ਕਿ ਆਪਾਂ ਅਗਲੇ ਨੈਕਸਟ 2 ਕਾਲਸ ਨੇ ਹੋਰ, ਬਸ ਮੈਂ ਬੇਨਤੀ ਕਰਦਾ ਜੀ ਹੋਰ ਕਾਲਰ ਕਾਲ ਨਾ ਕਰਿਓ। ਚੰਨਪ੍ਰੀਤ ਹੋਰੀ ਨੇ ਇਸ ਤੋਂ ਬਾਅਦ ਤੇ 4443 ਨੰਬਰ, ਬਸ ਇਹੀ 2 ਕਾਲਸ ਲੈ ਕੇ ਫਿਰ ਆਪਾਂ ਸਮਾਪਤ ਕਰ ਦੇਣਾ। ਸੋ ਇਸ ਕਰੂਸ਼ੀਅਲ ਮੌਕੇ ਦੇ ਉੱਪਰ ਸੰਧੂ ਸਾਹਿਬ ਕਿਵੇਂ ਦੇਖ ਰਹੇ ਹੋ ਇਸ ਵੇਲੇ ਪ੍ਰੈਜ਼ੈਂਟ ਸਿਨੈਰੀਓ ਕੀ ਹੈ? ਬਹੁਤ ਜ਼ਿਆਦਾ ਜਿਹੜੇ ਸਮੀਕਰਨ ਨੇ ਇਹ ਦਿਨੋਂ ਦਿਨ ਜਿਹੜੇ ਨੇ ਉਹ ਬਦਲ ਰਹੇ ਆ। ਜ਼ਿਆਦਾ ਜਿਹੜੀਆਂ ਪ੍ਰੋਜੈਕਸ਼ਨਸ ਆ ਹਾਲੀ ਵੀ ਇਹੋ ਹੀ ਆ ਰਹੀਆਂ ਵਾ ਵੀ ਹੰਗ ਅਸੈਂਬਲੀ ਹੋਵੇਗੀ। ਇਨਫੈਕਟ ਪਿਛਲੀਆਂ ਚੋਣਾਂ ਦੇ ਵਿੱਚ ਤੁਸੀਂ ਵੇਖਿਆ ਕਿ ਕਾਂਗਰਸ ਦੀ ਆਲਮੋਸਟ ਕਲੀਨ ਸਵੀਪ ਸੀਗੀ ਮਾਝੇ ਦੇ ਵਿੱਚ ਔਰ ਅੱਧੇ ਤੋਂ ਵੱਧ ਸੀਟਾਂ ਉਹ ਦੁਆਬੇ 'ਚ ਵੀ ਲੈ ਗਏ ਸੀ। ਇਹਨਾਂ ਦੋਵਾਂ ਥਾਵਾਂ ਤੇ ਐਰਕੀ ਆਮ ਆਦਮੀ ਪਾਰਟੀ ਦੀ ਔਰ ਅਕਾਲੀ ਦਲ ਦੀ ਸਿਚੁਏਸ਼ਨ ਬਿਹਤਰ ਹੋਈ ਆ ਦੁਆਬੇ 'ਚ, ਇਸ ਕਰਕੇ ਕਿਉਂਕਿ ਉਹਨਾਂ ਦਾ BSP ਦੇ ਨਾਲ ਟਾਇਆ ਪਿਆ ਔਰ ਮਾਝੇ ਦੇ ਵਿੱਚ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦੇ ਕੇ ਵੇਖ ਲਈਏ। ਸੋ ਇਸ ਕਰਕੇ ਇਹ ਦੋਵੇਂ ਪਾਰਟੀਆਂ ਜਿਹੜੀਆਂ ਵਾ ਇਹ ਇਹਨਾਂ ਦੋਵਾਂ ਇਲਾਕਿਆਂ ਦੇ ਵਿੱਚ ਬਿਹਤਰ ਹੋਈਆਂ ਵਾ। ਸੋ ਹੰਗ ਅਸੈਂਬਲੀ ਦੀ ਜਿੰਨੇ ਚੋਣ ਸਰਵੇਖਣ ਆਏ ਆ, ਲਾਸਟ ਮੈਂ ਵੇਖ ਰਿਹਾ ਸੀ ਇੱਕ ਚੈਨਲ ਦਾ, ਉਹਦੇ 'ਚ ਵੀ ਕਰੀਬ ਬਰਾਬਰ ਦੀਆਂ ਸੀਟਾਂ ਦੱਸੀਆਂ ਗਈਆਂ, ਥੋੜ੍ਹੀ ਜਿਹੀਆਂ ਸੀਟਾਂ ਆਪ ਨੂੰ ਜ਼ਿਆਦਾ ਦਿੱਤੀਆਂ ਗਈਆਂ ਸੀ। ਇਸ ਵੇਲੇ ਕਹਿਣਾ ਤਾਂ ਮੁਸ਼ਕਿਲ ਹੈ, ਪਰ ਪ੍ਰੋਬਲਮ ਇਹ ਆ ਰਹੀ ਆ ਕਿ ਅੱਜ ਤੱਕ ਪੰਜਾਬ ਨੇ ਕਦੀ ਹੰਗ ਅਸੈਂਬਲੀ ਦਿੱਤੀ ਨਹੀਂ ਗੀ। ਸੋ ਮੇਰੇ ਹਾਲੇ ਵੀ ਮੰਨਣ 'ਚ ਨਹੀਂ ਆਉਂਦਾ ਕਿ ਹੰਗ ਅਸੈਂਬਲੀ ਹੋਊਗੀ। ਮੈਨੂੰ ਲੱਗਦਾ ਵਾ ਕਿ ਅਗਲੇ 2-3 ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਨੂੰ ਟਿਲਟ ਜ਼ਰੂਰ ਲੋਕਾਂ ਦਾ ਹੋਵੇਗਾ ਔਰ ਇੱਕ ਡਿਸਾਈਸਿਵ ਵੋਟ ਲੋਕੀ ਦੇਣਗੇ ਜਾਂ ਨੀਅਰ ਡਿਸਾਈਸਿਵ ਵੋਟ ਜ਼ਰੂਰ ਲੋਕੀ ਦੇਣਗੇ, ਇਹ ਮੇਰਾ ਆਪਣਾ ਖਿਆਲ ਹੈ। ਠੀਕ ਹੈ ਜੀ। ਚੰਨਪ੍ਰੀਤ ਭਾਈ ਤੁਸੀਂ ਆਉਂਦੀ ਰਹੋ, ਛੋਟੀ ਰੱਖਿਓ ਗੱਲਬਾਤ ਪਲੀਜ਼। ਹਾਂਜੀ ਸੌਰੀ ਭਾਜੀ, ਮੈਂ ਦੁਬਾਰਾ ਫੋਨ ਕਰ ਰਿਹਾ। ਹਾਂਜੀ ਨਹੀਂ ਕੋਈ। ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ। ਦੇਖੋ ਜਦੋਂ ਆਪਾਂ ਗੱਲ ਕੀਤੀ ਸੀ ਨੌਕਰੀਆਂ ਦੀ, ਹੈ ਨਾ, ਮੈਂ ਇਹ ਵੀ ਚੀਜ਼ ਸਮਝਦਾ ਕਿ ਹਰੇਕ ਬੰਦੇ ਨੂੰ ਨੌਕਰੀ ਨਹੀਂ ਮਿਲ ਸਕਦੀ। ਹੁਣ ਭਾਜੀ ਆਪਾਂ ਬਿਲੀਅਨਸ ਦੇ ਵਿੱਚ ਆਪਣੀ ਪਾਪੂਲੇਸ਼ਨ ਆਏ, ਨਹੀਂ ਮਤਲਬ ਕਰੋੜਾਂ ਦੇ ਹਿਸਾਬ ਨਾਲ ਪਾਪੂਲੇਸ਼ਨ ਆ, ਹਰੇਕ ਬੰਦੇ ਨੂੰ ਆਪਾਂ ਸਰਕਾਰੀ ਨੌਕਰੀ ਨਹੀਂ ਦੇ ਸਕਦੇ, ਹੈ ਨਾ। ਮੈਂ ਇਹ ਨਹੀਂ ਚਾਹੁੰਦਾ ਕਿ ਸਰਕਾਰ ਸਾਰਿਆਂ ਨੂੰ ਨੌਕਰੀ ਹੀ ਪ੍ਰੋਵਾਈਡ ਕਰਾਵੇ, ਬਟ ਉਹ ਸਾਡੇ ਲਈ ਦੇਖੋ, ਹੁਣ ਮੈਂ ਕੈਨੇਡਾ ਦੇ ਵਿੱਚ ਬੈਠਾ, ਇੰਡੀਆ ਦੇ ਵਿੱਚ ਬਿਜ਼ਨਸ ਚਲਾ ਰਿਹਾ ਵਾਂ, ਜਾਂ ਆਪਾਂ ਕਹਿ ਲਓ ਕਿ ਇੰਡੀਅਨ ਜਿਹੜਾ ਬਿਜ਼ਨਸ ਹੈ ਉਹ ਮੈਂ ਕੈਨੇਡਾ ਦੇ ਵਿੱਚ ਸਟਾਰਟ ਸ਼ੁਰੂ ਕਰ ਰਿਹਾ ਕਿਸੇ ਤਰ੍ਹਾਂ, ਹੈ ਨਾ। ਮੈਂ ਇਹ ਨਹੀਂ ਚਾਹੁੰਦਾ ਕਿ ਸਰਕਾਰ ਸਾਰਿਆਂ ਨੂੰ ਨੌਕਰੀ ਦੇਵੇ, ਬਟ ਮੈਂ ਇਹ ਚਾਹੁੰਦਾ ਵੀ ਉਹ ਸਾਡੇ ਵਰਗਿਆਂ ਲਈ ਜਿਹੜੇ ਸਮਾਲ ਬਿਜ਼ਨਸ ਆ ਉਹਨਾਂ ਲਈ ਵੀ ਥੋੜਾ ਬਹੁਤਾ ਰਾਹ ਖੋਲੇ, ਹੈ ਨਾ। ਹੁਣ ਮੈਂ ਇੱਕ ਚੀਜ਼ ਉੱਥੋਂ ਮੰਗਵਾਉਣਾ ਵਾ, ਮੈਨੂੰ ਇੰਪੋਰਟ ਡਿਊਟੀ ਉੱਥੇ ਵੀ ਦੇਣੀ ਪੈਂਦੀ ਹੈ, ਉੱਥੇ ਵੀ ਟੈਕਸ ਦੇਣਾ ਪੈਂਦਾ ਵਾ, ਕਿਉਂਕਿ ਮੈਂ ਇਨਕਮ ਮੇਰੀ ਉੱਧਰ ਵੀ ਆ ਰਹੀ ਹੈ, ਇੱਧਰ ਵੀ ਆ ਰਹੀ ਹੈ ਨਾ। ਬਹੁਤ ਕੁਛ ਦੇਣਾ ਪੈ ਰਿਹਾ, ਹੈ ਨਾ, ਵੀ ਉਹ ਬਹੁਤ ਡਿਫੀਕਲਟੀ ਹੁੰਦੀ ਆ। ਫਿਰ ਉਹ ਜੇ ਸਾਡੇ ਲਈ ਇੰਟਰਪ੍ਰੇਨਰਸ ਲਈ ਵੀ ਇਹੋ ਜਿਹੀਆਂ ਓਪਰਚੁਨਿਟੀਆਂ ਕੱਢਦੇ ਆ ਵੀ ਤੁਸੀਂ ਬਾਹਰਲੇ ਕਿਸੇ ਮੁਲਕ ਦੇ ਨਾਲ ਟਰੇਡ ਕਰੋ ਤਾਂ ਅਸੀਂ ਤੁਹਾਨੂੰ ਇੰਨੀ ਰਾਇਤ ਦੇਵਾਂਗੇ, ਜਾਂ ਕੈਨੇਡਾ ਵੀ ਇਹੋ ਜਿਹਾ ਕੋਈ ਕੰਮ ਕਰਦੀ ਆ ਵੀ ਤੁਸੀਂ ਇੰਡੀਆ ਦੇ ਵਿੱਚੋਂ ਸਾਨੂੰ ਇੰਪੋਰਟ ਕਰਾਓ, ਹੈ ਨਾ, ਅਸੀਂ ਤੁਹਾਨੂੰ ਇੰਨੀ ਰਾਇਤ ਦੇਵਾਂਗੇ ਟੈਕਸ ਦੇ ਵਿੱਚ। ਸਰ ਸਰਕਾਰ ਨੂੰ ਇਹ ਵੀ ਕਰਨਾ ਚਾਹੀਦਾ ਵਾ। ਠੀਕ ਹੈ ਜੀ, ਠੀਕ ਹੈ ਜਨਪ੍ਰੀਤ ਭਾਈ, ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ ਜੀ। ਜੀ ਸੰਧੂ ਸਾਹਿਬ ਬਰੀਫ ਕਰ ਦਿਓ ਥੋੜਾ ਜਿਹਾ, ਫਿਰ ਆਪਾਂ ਲਾਸਟ ਕਾਲ ਲੈ ਕੇ ਸਮਾਪਤ ਕਰਦੇ। ਜਿਹੜੇ ਭਾਈ ਸਾਹਿਬ ਪੁਆਇੰਟ ਕਹਿ ਰਹੇ ਨਾ, ਮੈਂ ਅੱਗੇ ਵੀ ਗੱਲ ਕੀਤੀ ਆ ਕਿ ਇਹ ਜਿਵੇਂ ਅਸੀਂ 2017 ਜਦੋਂ ਮੈਨੀਫੈਸਟੋ ਦੇ ਕੰਮ ਕਰ ਰਹੇ ਸੀ, ਅਸੀਂ ਉਹਦੇ ਸਟਾਰਟਅਪਸ ਦਾ ਪ੍ਰੋਵੀਜ਼ਨ ਰੱਖਿਆ ਸੀਗਾ। ਹਾਂਜੀ, ਬਹੁਤ ਡਿਟੇਲ ਦੇ ਵਿੱਚ ਕਿ ਅਸੀਂ ਇਸ ਤਰ੍ਹਾਂ ਦਾ ਸਟਾਰਟਅਪ ਦਾ ਸਿਸਟਮ ਕਰਾਂਗੇ। ਅਸੀਂ ਕੁਝ ਸਟਾਰਟਅਪਸ ਨੂੰ ਸਟੱਡੀ ਵੀ ਕੀਤਾ ਸੀਗਾ, ਜਿਹੜੇ ਕੁਝ ਵੱਡੇ ਸਟਾਰਟਅਪਸ ਹੈਦਰਾਬਾਦ ਜਾਂ ਬੈਂਗਲੌਰ ਵਗੈਰਾ ਦੇ ਵਿੱਚ ਖੁੱਲੇ ਸੀਗੇ। ਸੋ ਇਹ ਠੀਕ ਹੈ ਗੱਲ ਵੀ ਸਰਕਾਰੀ ਨੌਕਰੀਆਂ ਹਰ ਇੱਕ ਬੰਦੇ ਨੂੰ ਨਹੀਂ ਦਿੱਤੀ ਜਾ ਸਕਦੀਆਂ। ਸੋ ਬੰਦੇ ਨੂੰ ਆਪਣਾ ਪ੍ਰਾਈਵੇਟ ਕੰਮ ਕਰਨ ਵਾਸਤੇ ਉਹਨੂੰ ਕੋਈ ਨਾ ਕੋਈ ਸਹੂਲਤਾਂ ਦਿੱਤੀਆਂ ਜਾਣ। ਇਹ ਪ੍ਰੋਵੀਜ਼ਨ ਉਸ ਵੇਲੇ ਸੀਗੀ ਔਰ ਹੁਣ ਵੀ ਵੱਖਰੀਆਂ ਪਾਰਟੀਆਂ ਨੇ ਜਿਹੜੇ ਮੈਨੀਫੈਸਟੋ ਦਿੱਤੇ ਆ ਉਹਨਾਂ ਦੇ ਵਿੱਚ ਇਹਦੇ ਬਾਰੇ ਉਹਨਾਂ ਨੇ ਜ਼ਿਕਰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਕੀਤਾ ਵਾ। ਠੀਕ ਹੈ ਜੀ, ਲਾਸਟ ਕਾਲ ਨੇ ਜੀ 4443 ਨੰਬਰ। ਹਾਂਜੀ, ਕੀ ਸ਼ੁਭ ਨਾਮ ਹੈ ਜੀ ਤੁਹਾਡਾ?
ਭਾਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਜੁਪਿੰਦਰ ਚੌਹਾਨ ਹੈ ਜੀ ਚੌਹਾਨ ਸਾਹਿਬ, ਕੀ ਸਵਾਲ ਹੈ ਸਰ? ਜੀ ਅੱਛਾ, ਮੇਰਾ ਇੱਕ ਤਾਂ ਜੀ ਛੋਟਾ ਜਿਹਾ ਕਮੈਂਟ ਆ ਕਿ ਅੱਜ ਬੜੀ ਦੁਖਦਾਈ ਖਬਰ ਆਈ ਹੈ ਦੀਪ ਸਿੱਧੂ ਬਾਰੇ। ਬਹੁਤ ਮਾੜਾ ਹੋਇਆ ਤੇ ਉਹਨਾਂ ਦੇ ਵਿਚਾਰਾਂ ਨਾਲ ਚਲੋ ਮੈਂ ਬਿਲਕੁਲ ਅਗਰੀ ਨਹੀਂ ਸੀ ਕਰਦਾ। ਉਹਨਾਂ ਦਾ ਡਾਇਗਨੋਸਿਸ ਸਹੀ ਸੀ, ਬਟ ਮੈਨੂੰ ਵੀ ਲੱਗਦਾ ਕਿ ਉਹਨਾਂ ਦਾ ਸੋਲਿਊਸ਼ਨ ਜਿਹੜਾ ਉਹ ਬਿਲਕੁਲ ਮਤਲਬ ਇੰਨਾ ਐਪਟ ਨਹੀਂ ਸੀਗਾ। ਦੂਜੀ ਗੱਲ ਜਿਹੜੀ ਹੈ ਜੀ, ਕੈਨੇਡਾ ਦੇ ਲੋਨ ਬਾਰੇ ਗੱਲ ਹੋ ਰਹੀ ਆ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਡੀਪ ਸਟਰਕਚਰਲ ਪ੍ਰੋਬਲਮਸ ਨੇ ਉੱਥੇ ਦੀ ਇਕੋਨਮੀ ਦੇ ਵਿੱਚ ਤੇ ਉੱਥੇ ਦੀ ਸੋਸ਼ਲ ਸਟੇਟਸ ਦੇ ਵਿੱਚ ਵੀ। ਤੇ ਜੇ ਆਪਣਾ ਹਿਊਮਨ ਰਿਸੋਰਸ ਕੈਨੇਡਾ ਦੇ ਵਿੱਚ ਆ ਰਿਹਾ ਤਾਂ ਐਜ਼ ਸੱਚ ਉਹ ਮਾੜੀ ਗੱਲ ਨਹੀਂ ਗੀ, ਬਟ ਜਿਹੜੀ ਪ੍ਰਪੋਰਸ਼ਨ ਦੇ ਵਿੱਚ ਆ ਰਿਹਾ ਉਹ ਮਾੜੀ ਗੱਲ ਆ। ਤੇ ਉਹਨੂੰ ਰੋਕਣ ਵਾਸਤੇ ਜਿਵੇਂ ਪਹਿਲਾਂ ਵੀ ਸਾਰਿਆਂ ਨੇ ਗੱਲ ਕੀਤੀ ਕਿ ਇੰਡਸਟਰੀ ਤੇ ਸਟਾਰਟਅਪ ਇਕੋਸਿਸਟਮ ਨੂੰ ਪ੍ਰਮੋਟ ਕਰਨਾ ਉਹ ਕਾਫੀ ਜ਼ਰੂਰੀ ਆ। ਇਹਦੇ ਤੇ ਬਹੁਤ ਧਿਆਨ ਦੇਣਾ ਚਾਹੀਦਾ। ਤੇ ਇੱਕ ਜਿਹੜੀ ਲਾਸਟ ਗੱਲ ਆ ਕਿ ਮੈਨੀਫੈਸਟੋ ਐਜ਼ ਲੀਗਲ ਡਾਕੂਮੈਂਟ, ਮੇਰਾ ਖੁਦ ਦਾ ਵਿਚਾਰ ਆ, ਮੈਂ ਇੱਕ ਵਾਰੀ ਕਮਲ ਸੰਧੂ ਸਾਹਿਬ ਨਾਲ ਅੱਗੇ ਵੀ ਇਹ ਕਮੈਂਟ ਕੀਤਾ ਸੀ ਕਿ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ 'ਚ ਕਨਵਰਟ ਕਰਨ ਦੇ ਟੈਕਨੀਕਲ ਇਸ਼ੂਜ਼ ਜਿਹੜੇ ਆ ਉਹਨਾਂ ਤੇ ਵੀ ਗੌਰ ਕਰਨਾ ਪੈਣਾ ਕਿ ਅਨਨੈਸੈਸਰੀ ਲਿਟੀਗੇਸ਼ਨ ਇਹਦੇ ਨਾਲ ਵੱਧ ਸਕਦੀ ਆ। ਤੁਸੀਂ ਕੀ ਪੁਆਇੰਟ ਰੱਖਦੇ ਹੋ ਕਿ ਕਦੋਂ ਇੱਕ ਬੰਦੇ ਕੋਲ ਹੱਕ ਹੋਊਗਾ ਕਿ ਉਹ ਤੁਹਾਨੂੰ ਕੋਰਟ ਦੇ ਵਿੱਚ ਲਿਜਾ ਸਕੇ ਕਿ ਤੁਸੀਂ ਆਪਣੇ ਜਿਹੜੇ ਵਾਅਦੇ ਆ ਉਹ ਪੂਰੇ ਨਹੀਂ ਕੀਤੇ। ਮੈਨੂੰ ਖੁਦ ਨੂੰ ਤਾਂ ਇਹ ਲੱਗਦਾ ਕਿ ਜਿਹੜੀਆਂ ਇਲੈਕਸ਼ਨਜ਼ ਨੇ ਉਹੀ ਖੁਦ ਦੇ ਵਿੱਚ ਇੱਕ ਪੁਆਇੰਟ ਆ, ਇੱਕ ਐਗਜ਼ਾਮ ਹੀ ਹੁੰਦਾ ਉਹ ਪੋਲੀਟੀਕਲ ਪਾਰਟੀਜ਼ ਦਾ, ਜਦੋਂ ਲੋਕਾਂ ਨੂੰ ਖੁਦ ਨੂੰ ਇਵੈਲੂਏਟ ਕਰਨਾ ਚਾਹੀਦਾ ਕਿ ਕਿਸੇ ਨੇ ਕਿਹੜੀ ਪਾਰਟੀ ਨੇ ਕਿੱਦਾਂ ਪਰਫਾਰਮ ਕੀਤਾ ਤੇ ਉਹਨਾਂ ਨੂੰ ਅਕੋਰਡਿੰਗਲੀ ਇਲੈਕਸ਼ਨ ਰਿਜ਼ਲਟ ਜਿਹੜੇ ਆ ਉਹ ਸ਼ੋਅ ਹੋਣੇ ਚਾਹੀਦੇ ਆ। ਤੇ ਇਹੀ ਗੱਲਾਂ ਸੀਗੀਆਂ ਜੀ ਮੇਰੀਆਂ। ਥੈਂਕ ਯੂ। ਬਹੁਤ ਮਿਹਰਬਾਨੀ ਬ੍ਰਦਰ, ਬੜੇ ਇੰਪੋਰਟੈਂਟ ਔਰ ਬੜੇ ਥੋੜ੍ਹੇ ਜਿਹੇ ਸ਼ਬਦਾਂ 'ਚ ਤੁਸੀਂ ਕਾਫੀ ਵੱਡੀਆਂ ਗੱਲਾਂ ਕਹੀਆਂ ਨੇ। ਬੜੀ ਮਿਹਰਬਾਨੀ ਵੀਰ, ਥੈਂਕ ਯੂ। ਹਾਂਜੀ ਸੰਧੂ ਸਾਹਿਬ, ਇਹਨਾਂ ਨੇ ਕਹੀ ਹੈ ਨਾ ਜੁਪਿੰਦਰ ਹੋਰਾਂ ਨੇ ਗੱਲ, ਇਹ ਬਿਲਕੁਲ ਠੀਕ ਹੈ। ਜਦੋਂ ਅਸੀਂ ਲੀਗਲ ਡਾਕੂਮੈਂਟ ਜਾਂ ਕਾਨੂੰਨੀ ਦਸਤਾਵੇਜ਼ ਉਹਨੂੰ ਕਹਿੰਦੇ ਆ, ਉਹਦਾ ਇਹ ਮਤਲਬ ਨਹੀਂ ਵੀ ਉਹਨੂੰ ਕੋਈ ਕਾਨੂੰਨ ਦੇ ਕੋਰਟ ਕਚਹਿਰੀ 'ਚ ਲੈ ਜਾਊਗਾ। ਕਹਿਣ ਦਾ ਮਤਲਬ ਹੈ ਵੀ ਉਹਨੂੰ ਕਿਸੇ ਨਾ ਕਿਸੇ ਅਥਾਰਿਟੀ ਨੂੰ ਜਵਾਬਦੇਹੀ ਬਣਾਉਣ ਦੀ ਲੋੜ ਆ। ਜੇ ਇਹਨੂੰ ਇੱਕ ਬਤੌਰ ਮੈਨੀਫੈਸਟੋ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋਵੇ ਔਰ ਉਹਨੂੰ ਪਾਰਟੀ ਹਰ ਸਾਲ ਦੱਸੇ ਕਿ ਅਸੀਂ ਆਹ ਕੁਛ ਕਰਤਾ, ਕੁਛ ਕਰਨ ਜਾ ਰਹੇ ਹਾਂ, ਇਹਦੇ ਵਾਸਤੇ ਸਾਡੇ ਕੋਲ ਇੰਨਾ ਪੈਸਾ ਅਸੀਂ ਖਰਚਿਆ, ਇਹਦੇ ਵਾਸਤੇ ਇੰਨਾ ਪੈਸਾ ਅਸੀਂ ਡੈਲੀਗੇਟ ਕਰਤਾ ਵਾ, ਉਹਦੇ ਨਾਲ ਹੀ ਬਹੁਤ ਫਰਕ ਪੈ ਜਾਊਗਾ। ਸੋ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਸਵਾਲ ਜਵਾਬ ਪਾਰਟੀਆਂ ਨੂੰ ਕਰੇ, ਉਹਦੇ ਨਾਲ ਫਿਰ ਪਾਰਟੀਆਂ ਇਲੈਕਸ਼ਨ ਕਮਿਸ਼ਨ ਨੂੰ ਜਵਾਬਦੇਹੀ ਹੋ ਜਾਣਗੀਆਂ। ਇਹ ਨਹੀਂ, ਮੇਰਾ ਖਿਆਲ ਇਹਨਾਂ ਨੇ ਸਹੀ ਕਿਹਾ ਕਿ ਇਹਦੇ ਤੇ ਕੋਰਟ ਕਚਹਿਰੀ ਵਾਲਾ ਮਸਲਾ ਜਿਹੜਾ ਵਾ ਉਹ ਤੇ ਕਦੀ ਨਹੀਂ ਹੋਣਾ ਚਾਹੀਦਾ। ਸਿਰਫ ਇਲੈਕਸ਼ਨ ਕਮਿਸ਼ਨ ਦੀ ਹੀ ਨਿਗਰਾਨੀ ਇਹਦੇ ਉੱਪਰ ਹੋਣੀ ਚਾਹੀਦੀ ਹੈ। ਹਰਜਿੰਦਰ, ਠੀਕ ਹੈ ਸੰਧੂ ਸਾਹਿਬ, ਧੰਨਵਾਦ ਜੀ। ਅੱਜ ਦੇ ਲਈ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਵੀਰਵਾਰ ਨੂੰ ਦੁਬਾਰਾ ਫਿਰ ਖੇਚਲ ਦੇਵਾਂਗੇ ਤੁਹਾਨੂੰ। ਤੇ ਕੁਛ ਹੋਰ ਅਖੀਰ 'ਚ ਕਹਿਣਾ ਹੋਵੇ? ਬਸ ਅਖੀਰ 'ਚ ਇਹੋ ਹੀ ਕਹਿਣਾ ਵਾ ਕਿ ਮੇਰੇ ਖਿਆਲ ਕਾਫੀ ਸਟਾਰ ਕੈਂਪੇਨਰ, ਪ੍ਰਧਾਨ ਮੰਤਰੀ ਖੁਦ ਆਏ ਆ, ਅਮਿਤ ਸ਼ਾਹ ਪੰਜਾਬ 'ਚ ਆਏ ਆ, ਉਧਰੋਂ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਵੀ ਇਸ ਵੇਲੇ ਪੰਜਾਬ 'ਚ ਨੇ, ਅਰਵਿੰਦ ਤੇ ਪਹਿਲਾਂ ਹੀ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਨੇ। ਸੋ ਮੈਨੀਫੈਸਟੋ ਤੋਂ ਇਲਾਵਾ ਮੇਰੇ ਖਿਆਲ ਵੋਟਰਾਂ ਨੂੰ ਦਾ ਰੁਝਾਨ ਬਦਲਣ ਵਾਸਤੇ ਮੇਰੇ ਖਿਆਲ ਇਹ ਜਿਹੜੇ ਸਟਾਰ ਕੈਂਪੇਨਰ ਨੇ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੋਊਗਾ। ਔਰ ਮੇਰੇ ਖਿਆਲ ਅਗਲੇ ਦਿਨ ਜਿਹੜਾ ਅਗਲਾ ਸ਼ੋਅ ਹੋਊਗਾ ਆਪਣਾ ਜਾਂ ਅਗਲਾ ਪ੍ਰੋਗਰਾਮ ਹੋਊਗਾ ਉਹਦੇ 'ਚ ਆਪਾਂ ਇਹਦੇ ਬਾਰੇ ਵੀ ਜ਼ਰੂਰ ਗੱਲ ਕਰੀਏ ਜੀ। ਬਹੁਤ ਧੰਨਵਾਦ ਸਰ, ਸ਼ੁਕਰੀਆ ਜੀ ਅੱਜ ਦੇ ਲਈ। ਥੈਂਕ ਯੂ, ਮਿਹਰਬਾਨੀ। ਸੋ ਦੋਸਤੋ, ਇਹ ਸਨ ਕੰਵਰ ਸੰਧੂ ਸਾਹਿਬ, ਸੀਨੀਅਰ ਜਰਨਲਿਸਟ। ਸਾਡੀ ਅੱਜ ਦੀ ਖਾਸ ਗੱਲਬਾਤ ਸਿਆਸੀ ਰਮਜ਼ਾਂ ਪੋਲੀਟੀਕਲ ਪਲਸ ਸੈਗਮੈਂਟ ਦੇ ਵਿੱਚ। ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। You are listening to The Harjinder Gill Show, Rams Punjabi, only on 1350 AM. For all the latest updates, please subscribe G Media Group and press the bell icon.